हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਮੇਰੇ ਇਸ YouTube ਚੈਨਲ 'ਤੇ। ਤਾਂ ਇਹ ਆਪਣੀ ਸਭ ਤੋਂ ਪਹਿਲੀ ਵੀਡੀਓ ਹੈ ਜੀ ਇੰਡੀਅਨ ਪੋਲਿਟੀ ਦੇ ਉੱਤੇ। ਇਸ ਵੀਡੀਓ ਦੇ ਨਾਲ ਆਪਾਂ ਸਟਾਰਟ ਕਰਾਂਗੇ ਇੰਡੀਅਨ ਪੋਲਿਟੀ ਦੇ ਉੱਤੇ ਸਾਰਾ ਕੋਰਸ। ਤਾਂ ਇਹ ਜਿਹੜਾ ਕੋਰਸ ਹੈ ਇੰਡੀਅਨ ਪੋਲਿਟੀ ਦਾ, ਇਹ ਪੰਜਾਬੀ ਦੇ ਵਿੱਚ ਹੋਏਗਾ। ਤੁਸੀਂ ਥੰਬਨੇਲ 'ਤੇ ਦੇਖ ਲਿਆ ਹੋਣਾ, ਠੀਕ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹ ਸਾਰੇ ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਹੈ, ਚਾਹੇ ਤੁਸੀਂ SI ਦੀ ਗੱਲ ਕਰ ਲਓ, ਕਾਂਸਟੇਬਲ ਦੀ ਗੱਲ ਕਰ ਲਓ, ਪਟਵਾਰੀ ਦੀ ਗੱਲ ਕਰ ਲਓ, ਨੈਬ ਤਹਿਸੀਲਦਾਰ ਦੀ ਕਰ ਲਓ, PCS ਦੀ ਕਰ ਲਓ, ਤਾਂ ਜਿੰਨੇ ਵੀ ਆਪਣੇ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਆ, ਮੈਂ ਸਪੈਸ਼ਲੀ ਉਹਨਾਂ 'ਤੇ ਫੋਕਸ ਕਰਕੇ ਇਹ ਕੋਰਸ ਲੈ ਕੇ ਆਈ ਹਾਂ, ਔਰ ਪੰਜਾਬੀ ਦੇ ਵਿੱਚ, ਠੀਕ ਹੈ। ਔਰ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਜਿਹੜਾ ਆਪਣਾ ਇੰਡੀਅਨ ਪੋਲਿਟੀ ਦਾ ਇਹ ਕੋਰਸ ਹੈ ਜੀ, ਚਾਹੇ ਤੁਸੀਂ ਨਿਊ ਸਟੂਡੈਂਟ ਹੋ, ਚਾਹੇ ਤੁਸੀਂ ਬਿਗਨਰ ਹੋ, ਚਾਹੇ ਤੁਸੀਂ ਪਹਿਲਾਂ 'ਤੇ ਤਿਆਰੀ ਕਰਨ ਲੱਗੇ ਹੋਏ ਹੋ, ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜੀ ਇੰਡੀਅਨ ਪੋਲਿਟੀ ਹੈ ਉਹਨੂੰ ਮੈਂ ਬਹੁਤ ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਕਨਵੇ ਕਰ ਸਕਾਂ ਕਿ ਇੰਡੀਅਨ ਪੋਲਿਟੀ ਦੇ ਵਿੱਚ ਜਿਹੜੀਆਂ ਵੀ ਪ੍ਰੋਵੀਜ਼ਨਸ ਆ, ਜਿਹੜੇ ਵੀ ਆਰਟੀਕਲਸ ਆ, ਉਹਨਾਂ ਨੂੰ ਬਹੁਤ ਹੀ ਸੌਖੀ ਲੈਂਗੁਏਜ ਦੇ ਵਿੱਚ ਮੈਂ ਤੁਹਾਨੂੰ ਪ੍ਰੈਜ਼ੈਂਟ ਕਰ ਸਕਾਂ, ਠੀਕ ਹੈ। ਤਾਂ ਕਿ ਜੋ ਵੀ ਤੁਸੀਂ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ, ਤੁਹਾਡੀ ਉਹ ਕਲੀਅਰ ਹੋਣ। ਇੰਡੀਅਨ ਪੋਲਿਟੀ ਦਾ ਸਭ ਤੋਂ ਪਹਿਲਾਂ ਜੋ ਆਪਾਂ ਸਟਾਰਟ ਕਰਦੇ ਹਾਂ ਕਿ ਸਾਡੀ ਜਿਹੜੀ ਇੰਡੀਅਨ ਪੋਲਿਟੀ ਹੈ ਉਹ ਕਿੱਦਾਂ ਬਣੀ ਹੈ, ਜੋ ਸਾਡਾ ਭਾਰਤ ਦਾ ਸੰਵਿਧਾਨ ਹੈ ਉਹ ਕਿੱਦਾਂ ਬਣਿਆ। ਸਭ ਤੋਂ ਪਹਿਲਾਂ ਅਸੀਂ ਇਹੀ ਚੀਜ਼ ਦੀ ਗੱਲ ਕਰਦੇ ਹਾਂ, ਠੀਕ ਹੈ। ਤਾਂ ਭਾਰਤ ਦਾ ਸੰਵਿਧਾਨ ਜਿਹੜਾ ਸਾਡਾ ਬਣਿਆ, ਉਹ ਸਾਨੂੰ ਪਤਾ ਹੈ ਕਿ ਸਾਡੀ ਇੱਕ ਕੌਂਸਟੀਟਿਊਂਟ ਅਸੈਂਬਲੀ ਬਣਾਈ ਗਈ ਸੀ 1946 ਦੇ ਵਿੱਚ, ਠੀਕ ਹੈ। ਉਹਨਾਂ ਨੇ ਆਪਣੇ ਕੋਲ ਸੰਵਿਧਾਨ ਹੈ ਜਿਹੜਾ ਸਾਡਾ ਬਣਾਇਆ ਹੈ। ਤਾਂ ਉਹ ਸੰਵਿਧਾਨ ਬਣਨ ਤੋਂ ਪਹਿਲਾਂ ਵੀ ਸਾਡੇ ਇੱਥੇ ਐਕਟ ਆਏ, ਠੀਕ ਹੈ, ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਆਏ, ਉਹਨਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਦੇ ਉੱਤੇ ਦਿਖਦਾ ਹੈ। ਤਾਂ ਆਪਾਂ ਹਿਸਟੋਰੀਕਲ ਬੈਕਗਰਾਊਂਡ ਦੀ ਗੱਲ ਕਰਾਂਗੇ ਕਿ ਕਿੱਦਾਂ ਜਿਹੜੀ ਆਪਣੇ ਕੋਲ ਹਿਸਟੋਰੀਕਲ ਬੈਕਗਰਾਊਂਡ ਆ, ਕਿੱਦਾਂ ਜਿਹੜੇ ਸਾਰੇ ਐਕਟ ਆਏ ਸੀ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ, ਉਹਨਾਂ ਐਕਟ ਨੇ ਕਿੱਦਾਂ ਕੰਟਰੀਬਿਊਟ ਕਰਿਆ ਸੰਵਿਧਾਨ ਨੂੰ, ਇੰਡੀਅਨ ਪੋਲਿਟੀ ਨੂੰ, ਠੀਕ ਹੈ। ਉਹੀ ਸਾਡਾ ਅੱਜ ਦਾ ਮੋਟਿਵ ਹੈ, ਇਹ ਦੇਖਣਾ ਕਿ ਕਿੱਦਾਂ ਜਿਹੜੀ ਈਸਟ ਇੰਡੀਆ ਕੰਪਨੀ ਬਣੀ ਸੀ। ਤਾਂ ਈਸਟ ਇੰਡੀਆ ਕੰਪਨੀ ਜਦੋਂ ਰੂਲ ਕਰਿਆ, ਉਹਨੂੰ ਅਸੀਂ ਬੋਲਦੇ ਹਾਂ ਜੀ ਕੰਪਨੀ ਰੂਲ। ਈਸਟ ਇੰਡੀਆ ਕੰਪਨੀ ਜਿਹੜਾ ਰੂਲ ਕਰਿਆ ਸੀ, ਉਹ ਕਰਿਆ ਸੀ 1773 ਤੋਂ ਲੈ ਕੇ 1858 ਤੱਕ, ਠੀਕ ਹੈ। ਤਾਂ ਜਦੋਂ ਉਹਨੇ ਰੂਲ ਕਰਿਆ, ਉਹਨਾਂ ਨੇ ਬਹੁਤ ਸਾਰੇ ਐਕਟ ਆ ਜਿਹੜੇ ਉਹਦੇ ਟਾਈਮ ਦੇ ਉੱਤੇ ਆਏ ਹੈ। ਤਾਂ ਉਹਨਾਂ ਐਕਟਾਂ ਨੇ, ਉਹਨਾਂ ਰੂਲਸ ਐਂਡ ਰੈਗੂਲੇਸ਼ਨ ਨੇ ਕਿੱਦਾਂ ਸਾਡੇ ਅੱਜ ਦੇ ਸੰਵਿਧਾਨ ਨੂੰ ਪ੍ਰਭਾਵਿਤ ਕੀਤਾ, ਉਹ ਅਸੀਂ ਸਾਰੀਆਂ ਦੇਖਾਂਗੇ ਗੱਲਾਂ ਇਸ ਵੀਡੀਓ ਦੇ ਵਿੱਚ। ਤਾਂ ਚੱਲਦੇ ਹਾਂ, ਸਟਾਰਟ ਕਰੀਏ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਜੋ ਸਾਡਾ ਸੰਵਿਧਾਨ ਹੈ, ਜੋ ਸਾਡੇ ਇੰਡੀਆ ਦਾ ਸੰਵਿਧਾਨ ਹੈ, ਸਾਡਾ ਕੌਨਸਟੀਟਿਊਸ਼ਨ ਹੈ ਇੰਡੀਆ ਦਾ, ਠੀਕ ਹੈ। ਤਾਂ ਉਹਨੂੰ ਅਗਰ ਆਪਾਂ ਦੇਖੀਏ ਕਿ ਉਹ ਕਿੱਦਾਂ ਬਣਿਆ ਹੈ, ਤਾਂ ਮੈਂ ਤੁਹਾਨੂੰ ਦੱਸ ਕੇ ਹੀ ਹਟੀ ਹਾਂ ਕਿ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਆਈਆਂ ਜਿਨ੍ਹਾਂ ਨੇ ਸਾਡੇ ਇੰਡੀਆ ਦੇ ਸੰਵਿਧਾਨ ਨੂੰ ਕੰਟਰੀਬਿਊਟ ਕੀਤਾ, ਚਾਹੇ ਡਾਇਰੈਕਟਲੀ ਚਾਹੇ ਇਨਡਾਇਰੈਕਟਲੀ। ਹੁਣ ਅਗਰ ਆਪਾਂ ਹਿਸਟੋਰੀਕਲ ਐਵੋਲਿਊਸ਼ਨ ਦੀ ਗੱਲ ਕਰੀਏ ਕਿ ਕਿੱਦਾਂ ਬਣਿਆ, ਆਪਾਂ ਜਨਰਲੀ ਨਾ ਉਹ ਸਾਰੇ ਪੀਰੀਅਡ ਨੂੰ ਆਪਾਂ ਦੋ ਸਟੇਜਿਸ ਵਿੱਚ ਵੰਡ ਲੈਂਦੇ ਹਾਂ। ਪਹਿਲੀ ਸਟੇਜ ਹੈਗੀ ਹੈ ਕੰਪਨੀ ਰੂਲ ਦੀ, ਜੋ ਚੱਲਿਆ ਸੀ 1773 ਤੋਂ ਲੈ ਕੇ 1858 ਤੱਕ। ਅਤੇ ਦੂਜਾ ਰੂਲ ਸੀਗਾ ਆਪਣੇ ਕੋਲ ਕਰਾਊਨ ਰੂਲ। ਜਦੋਂ ਈਸਟ ਇੰਡੀਆ ਕੰਪਨੀ ਨੂੰ ਬੰਦ ਕਰਕੇ ਸਿੱਧਾ ਕਰਾਊਨ ਨੇ ਇੱਥੇ ਰੂਲ ਕਰਨਾ ਸ਼ੁਰੂ ਕਰਤਾ ਸੀ ਇੰਡੀਆ ਦੇ ਉੱਤੇ ਉਸ ਟਾਈਮ, ਠੀਕ ਹੈ। ਔਰ ਕਰਾਊਨ ਰੂਲ ਚੱਲਿਆ ਸੀ 1858 ਤੋਂ ਲੈ ਕੇ 1947 ਤੱਕ। ਤਾਂ ਇਹਨਾਂ ਸਾਰੇ ਐਕਟਾਂ ਨੂੰ ਆਪਾਂ ਪੜ੍ਹੋਗੇ, ਠੀਕ ਹੈ, ਇਸ ਵੀਡੀਓ ਦੇ ਵਿੱਚ। ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਈਏ ਜੀ ਕੰਪਨੀ ਰੂਲ ਨੂੰ, ਔਰ ਦੂਜੀ ਵੀਡੀਓ ਜਿਹਦੀ ਅਗਲੀ ਵੀਡੀਓ ਆਊਗੀ ਉਹਦੇ ਵਿੱਚ ਆਪਾਂ ਕਵਰ ਕਰੂੰਗੇ ਕਰਾਊਨ ਰੂਲ ਨੂੰ। ਹੁਣ ਜੇ ਆਪਾਂ ਕੰਪਨੀ ਰੂਲ ਦੀ ਗੱਲ ਕਰੀਏ, ਤਾਂ ਕੰਪਨੀ ਰੂਲ ਦੇ ਟਾਈਮ ਦੇ ਜੋ ਆਪਣੇ ਕੋਲ ਇੰਪੋਰਟੈਂਟ ਮੇਨ ਐਕਟ ਆਏ ਸੀ ਉਸ ਟਾਈਮ 'ਤੇ, ਉਹ ਆਏ ਸੀ ਜੀ ਰੈਗੂਲੇਟਿੰਗ ਐਕਟ 1773। ਫਿਰ ਉਸ ਤੋਂ ਬਾਅਦ ਆਇਆ ਜੀ ਪਿਟਸ ਇੰਡੀਆ ਐਕਟ 1784। ਫਿਰ ਆਇਆ ਚਾਰਟਰ ਐਕਟ, ਠੀਕ ਹੈ। ਤਾਂ 3 ਚਾਰਟਰ ਐਕਟ ਉਸ ਟਾਈਮ 'ਤੇ ਪਾਸ ਕੀਤੇ ਗਏ, ਉਹ ਸੀਗੇ 1813 ਦੇ ਵਿੱਚ, 33 ਦੇ ਵਿੱਚ ਅਤੇ 53 ਦੇ ਵਿੱਚ। ਤਾਂ ਇਹਨਾਂ ਸਾਰਿਆਂ ਦੀ ਆਪਾਂ ਹੁਣ ਗੱਲ ਕਰੂੰਗੇ। ਤਾਂ ਚੱਲਦੇ ਹਾਂ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਭਾਰਤ ਦੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਕੰਪਨੀਆਂ ਹੋਰ ਵੀ ਆਈਆਂ, ਪੋਰਤੂਗਲ ਤੋਂ ਕੰਪਨੀ ਆਈ ਹੈ, ਫਰਾਂਸ ਤੋਂ ਕੰਪਨੀ ਆਈ ਹੈ, ਠੀਕ ਹੈ। ਪਰ ਜਿਹੜੀ ਸਭ ਤੋਂ ਇੰਪੋਰਟੈਂਟ ਕੰਪਨੀ ਹੈ ਜਿਹਨੇ ਆਪਣੇ ਕੋਲ ਬਹੁਤ ਦਬਦਬਾ ਬਣਾ ਕੇ ਰੱਖਿਆ ਉਸ ਟਾਈਮ 'ਤੇ, ਉਹ ਸੀਗੀ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਨੂੰ ਹੀ ਅਸੀਂ ਇੰਨਾ ਜ਼ਿਆਦਾ ਕਿਉਂ ਮਹੱਤਵ ਦਿੰਦੇ ਹਾਂ, ਈਸਟ ਇੰਡੀਆ ਕੰਪਨੀ ਨੂੰ ਅਸੀਂ ਇੰਨਾ ਜ਼ਿਆਦਾ ਕਿਉਂ ਪੜ੍ਹਦੇ ਹਾਂ, ਕਿਉਂਕਿ ਜਿੰਨੇ ਵੀ ਹੋਰ ਯੂਰਪੀਅਨ ਨੇਸ਼ਨਸ ਤੋਂ ਕੰਪਨੀਜ਼ ਆਈਆਂ ਸੀ, ਚਾਹੇ ਫਰਾਂਸ ਦੀ ਦੇਖ ਲਓ, ਚਾਹੇ ਡੱਚ ਦੀ ਦੇਖ ਲਓ, ਚਾਹੇ ਤੁਸੀਂ ਪੁਰਤਗਾਲ ਦੀ ਦੇਖ ਲਓ, ਉਹਨਾਂ ਵਿੱਚੋਂ ਸਾਰੀ ਪਾਵਰਫੁਲ ਜਿਹੜੀ ਕੰਪਨੀ ਪ੍ਰਸਿੱਧ ਹੋਈ ਆ ਔਰ ਪਾਵਰਫੁਲ ਨਿਕਲ ਕੇ ਸਾਹਮਣੇ ਆਈ ਆ, ਉਹ ਸੀਗੀ ਜੀ ਈਸਟ ਇੰਡੀਆ ਕੰਪਨੀ ਇੰਗਲੈਂਡ ਤੋਂ। ਹੁਣ ਜੇ ਆਪਾਂ ਈਸਟ ਇੰਡੀਆ ਕੰਪਨੀ ਦੀ ਗੱਲ ਕਰੀਏ, ਈਸਟ ਇੰਡੀਆ ਕੰਪਨੀ 1600 ਦੇ ਵਿੱਚ ਬਣਾਈ ਗਈ ਸੀ, ਔਰ ਇਹਨਾਂ ਨੇ ਚਾਰਟਰ ਲਿਖਵਾਇਆ ਸੀ, ਰਾਇਲ ਚਾਰਟਰ ਲਿਖਵਾਇਆ ਸੀ ਇਹਨਾਂ ਨੇ ਉਸ ਟਾਈਮ ਦੀ ਕੁਈਨ ਐਲਿਜ਼ਾਬੈਥ 1 ਤੋਂ। ਇਹ ਕੁਐਸਚਨ ਆ ਜਿਆ ਕਰਦਾ ਹੈ ਕਿ ਕਿਹੜੀ ਕੁਈਨ ਐਲਿਜ਼ਾਬੈਥ ਤੋਂ ਇਹਨੇ ਚਾਰਟਰ ਲਗਵਾਇਆ ਸੀ। ਤਾਂ ਜਿਹੜੀ ਪਹਿਲੀ ਕੁਈਨ ਐਲਿਜ਼ਾਬੈਥ ਸੀ, ਉਹ ਤੋਂ ਇਹਨਾਂ ਨੇ ਚਾਰਟਰ ਲਿਖਵਾਇਆ ਸੀ ਕਿ ਸਾਨੂੰ ਐਕਸਕਲੂਸਿਵ ਰਾਈਟ ਦਿੱਤਾ ਜਾਵੇ ਜੀ ਇੰਡੀਆ ਵਿੱਚ ਟਰੇਡ ਕਰਨ ਦਾ, ਈਸਟ ਵਿੱਚ ਟਰੇਡ ਕਰਨ ਦਾ। ਹੁਣ ਇੱਥੇ ਐਕਸਕਲੂਸਿਵ ਦਾ ਮਤਲਬ ਕੀ ਹੈ? ਇੱਥੇ ਐਕਸਕਲੂਸਿਵ ਦਾ ਮਤਲਬ ਇਹ ਹੈ ਕਿ ਸਿਰਫ ਇਹਨਾਂ ਨੂੰ ਅਧਿਕਾਰ ਹੋਊਗਾ ਜੀ, ਇਕੱਲੀ ਸਿਰਫ ਜਿਹੜੀ ਆਹੀ ਈਸਟ ਇੰਡੀਆ ਕੰਪਨੀ ਹੈ, ਇਹਨੂੰ ਅਧਿਕਾਰ ਹੋਊਗਾ ਈਸਟ ਦੇ ਵਿੱਚ ਜਾ ਕੇ, ਪੂਰਬ ਦੇ ਵਿੱਚ ਜਾ ਕੇ ਟਰੇਡ ਕਰਨ ਦਾ। ਇਹਦਾ ਮਤਲਬ ਇਹ ਹੈ ਕਿ ਅਗਰ ਇੰਗਲੈਂਡ ਦੇ ਵਿੱਚ ਕੋਈ ਹੋਰ ਕੰਪਨੀ ਬਣਦੀ ਹੈ, ਤਾਂ ਉਸ ਟਾਈਮ ਉੱਤੇ ਉਹ ਨਹੀਂ ਸੀ ਜਾ ਸਕਦੀ ਇੰਡੀਆ ਦੇ ਵਿੱਚ ਜਾਂ ਈਸਟ ਦੇ ਵਿੱਚ ਜਾ ਕੇ ਵਪਾਰ ਕਰਨ। ਸਿਰਫ ਔਰ ਸਿਰਫ ਜੋ ਇਹੀ ਕੰਪਨੀ ਸੀ ਈਸਟ ਇੰਡੀਆ ਕੰਪਨੀ, ਇਹੀ ਜਾ ਕੇ ਉੱਥੇ ਵਪਾਰ ਕਰ ਸਕਦੀ ਸੀ, ਹੋਰ ਕੰਪਨੀ ਨਹੀਂ ਸੀ ਜਾ ਸਕਦੀ। ਇੱਦਾਂ ਦਾ ਜੀ ਇਹਨਾਂ ਨੇ ਚਾਰਟਰ ਲਿਖਵਾਇਆ 1600 ਈਸਵੀ ਦੇ ਵਿੱਚ। ਫਿਰ ਇਹ ਕੀ ਆਉਂਦੇ ਆ, ਇਹ ਆਉਂਦੇ ਆ 1608
1908 ਦੇ ਵਿੱਚ ਈਸਟ ਇੰਡੀਆ ਕੰਪਨੀ ਬਣ ਕੇ ਸੂਰਤ ਦੇ ਵਿੱਚ ਲੈਂਡ ਕਰਦੇ ਆ। ਸੂਰਤ ਦੇ ਵਿੱਚ ਜਦੋਂ ਇਹ ਆਏ ਸੀ, ਯਾਦ ਰੱਖਿਓ, ਇਹ ਟਰੇਡਰਸ ਦੇ ਰੂਪ ਵਿੱਚ ਆਏ ਸੀ। ਠੀਕ ਹੈ, ਇਹ ਟਰੇਡਰ ਬਣ ਕੇ ਹੀ ਇੱਥੇ ਆਏ ਸੀ ਕਿ ਅਸੀਂ ਸਿਰਫ ਵਪਾਰ ਕਰਨ ਚੱਲੇ ਹਾਂ, ਇਹਨਾਂ ਦੀ ਕੋਈ ਨੀਤੀ ਇੱਥੇ ਆ ਕੇ ਰਾਜ ਕਰਨ ਦੀ। ਕਿਉਂਕਿ ਨਵੀਂ ਲੈਂਡ ਸੀ, ਨਵੀਂ ਜਗ੍ਹਾ ਸੀ, ਨਵੇਂ ਲੋਕ ਸੀ, ਇਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੋਂ ਦੇ ਰਾਜੇ ਮਹਾਰਾਜਿਆਂ ਵਿੱਚ ਕਿਹੋ ਜਿਹੇ ਰਿਲੇਸ਼ਨ ਹੈ। ਠੀਕ ਹੈ, ਇੱਥੇ ਦੀਆਂ ਕਿਆ ਪੋਲਿਸੀਜ਼ ਆ। ਇਹਨਾਂ ਨੂੰ ਸਿਰਫ ਮਤਲਬ ਇੰਨਾ ਕੁ ਸੀ ਕਿ ਇਹ ਆਉਣਗੇ, ਆਪਣਾ ਵਪਾਰ ਕਰਨਗੇ ਅਤੇ ਪੈਸੇ ਕਮਾਉਣਗੇ ਅਤੇ ਦੁਬਾਰਾ ਆਪਣਾ ਵਾਪਸ ਜਾਣਗੇ। ਠੀਕ ਹੈ, ਇੱਦਾਂ ਦੀ ਇਹਨਾਂ ਦੀ ਨੀਤੀ ਸੀ। ਪਰ ਹੁੰਦਾ ਕੀ ਹੈ, ਹੌਲੀ ਹੌਲੀ ਇਹਨਾਂ ਨੇ ਇੱਥੇ ਦੇ ਰਾਜੇ ਮਹਾਰਾਜਿਆਂ ਦੀ ਪੋਲਿਸੀਜ਼ ਦੇ ਵਿੱਚ, ਪੋਲੀਟਿਕਸ ਦੇ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕੀਤਾ। ਔਰ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਇੱਥੇ ਦੇ ਰਾਜੇ ਉਹ ਤਾਂ ਜੀ ਉਹਨਾਂ ਦੀ ਆਪਸ 'ਚ ਬਣਦੀ ਕੋਈ ਨਹੀਂ। ਠੀਕ ਹੈ, ਜਿਹੜੇ ਇੱਥੋਂ ਦੇ ਰਾਜੇ ਆ ਉਹ ਆਪਸ 'ਚ ਬਣਦੇ ਨਹੀਂ, ਤਾਂ ਇਹਨਾਂ ਨੇ ਆਪਣੇ ਫਾਇਦੇ ਲਈ ਉਸ ਟਾਈਮ 'ਤੇ ਉਹਨਾਂ ਦੀਆਂ ਪੋਲਿਸੀਜ਼ ਦੇ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕਰਤਾ ਔਰ ਖੁਦ ਰਾਜਨੀਤੀ ਵਿੱਚ ਆਉਣਾ ਸ਼ੁਰੂ ਕਰਤਾ। ਤਾਂ ਇਹਨਾਂ ਨੇ ਫਿਰ ਕੀ ਕੀਤਾ, 1765 ਦੇ ਵਿੱਚ ਇੱਕ ਲੜਾਈ ਹੁੰਦੀ ਹੈ, ਬੈਟਲ ਆਫ ਬਕਸਰ। ਤੁਸੀਂ ਸੁਣਿਆ ਹੋਣਾ ਹੈ ਬੈਟਲ ਆਫ ਪਲਾਸੀ ਦੇ ਬਾਰੇ। 1757 ਦੇ ਵਿੱਚ ਇੱਕ ਲੜਾਈ ਹੋਈ ਸੀ, ਬੈਟਲ ਆਫ ਪਲਾਸੀ, ਰੋਬਰਟ ਕਲਾਈਵ ਦੇ ਨਾਲ। ਠੀਕ ਹੈ, ਤਾਂ ਉਸ ਟਾਈਮ ਉੱਤੇ ਜਿਹੜੀ ਉਹ ਰੋਬਰਟ ਕਲਾਈਵ ਵਾਲੀ ਲੜਾਈ ਸੀ 1757 ਦੇ ਵਿੱਚ, ਉਹਦੇ ਵਿੱਚ ਗੋਰੇ ਜਿੱਤ ਗਏ ਸੀ। ਠੀਕ ਹੈ, ਫਿਰ ਆਪਣੇ ਕੋਲ ਹੁੰਦੀ ਹੈ 1765 ਦੇ ਵਿੱਚ ਬਕਸਰ ਦੀ ਲੜਾਈ। ਉਸ ਬਕਸਰ ਦੀ ਲੜਾਈ ਨੂੰ ਆਪਾਂ ਕਿਉਂ ਇੰਨਾ ਜ਼ਿਆਦਾ ਇੰਪੋਰਟੈਂਟ ਮੰਨਦੇ ਹਾਂ, ਕਿਉਂਕਿ ਉਸ ਟਾਈਮ ਉੱਤੇ ਅੰਗਰੇਜ਼ਾਂ ਨੂੰ ਦੀਵਾਨੀ ਰਾਈਟ ਮਿਲੇ ਸੀ। ਦੀਵਾਨੀ ਰਾਈਟ ਦਾ ਕੀ ਮਤਲਬ ਹੈ? ਦੀਵਾਨੀ ਰਾਈਟ ਦਾ ਮਤਲਬ ਆ ਕਿ ਇਹਨਾਂ ਨੂੰ ਰਾਈਟ ਮਿਲ ਗਿਆ ਸੀ ਕਿ ਜਿਹੜੇ ਏਰੀਆਜ਼ ਆ, ਕਿਹੜੇ ਏਰੀਆਜ਼? ਬੰਗਾਲ, ਬਿਹਾਰ, ਉੜੀਸਾ ਦੇ ਜਿਹੜੇ ਏਰੀਆਜ਼ ਆ, ਉੱਥੋਂ ਜਿੰਨੀ ਵੀ ਰੈਵਨਿਊ ਆਉਂਦੀ ਆ, ਜਿੰਨਾ ਵੀ ਲਗਾਨ ਆਉਂਦਾ ਹੈ, ਉਹ ਇਹ ਆਪਣੀਆਂ ਜੇਬਾਂ 'ਚ ਪਾ ਸਕਦੇ ਆ। ਇਹ ਸੀਗੇ ਦੀਵਾਨੀ ਰਾਈਟਸ। ਤਾਂ ਉਸ ਟਾਈਮ 'ਤੇ ਇਹਨਾਂ ਨੂੰ, ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਰਾਈਟਸ ਮਿਲ ਗਏ ਸੀ। ਉੱਥੋਂ ਦਾ ਲਗਾਨ ਵਸੂਲਣ ਦਾ ਜਿਹੜਾ ਹੱਕ ਸੀ ਇਹਨਾਂ ਨੂੰ ਮਿਲ ਗਿਆ ਸੀ। ਠੀਕ ਹੈ, ਤਾਂ ਇਹਦੇ ਨਾਲ ਹੌਲੀ ਹੌਲੀ ਕੀ ਹੋਇਆ, ਇੱਥੋਂ ਆਪਣੇ ਕੋਲ ਸਟਾਰਟਿੰਗ ਹੁੰਦੀ ਆ ਕਿ ਈਸਟ ਇੰਡੀਆ ਕੰਪਨੀ, ਮੈਂ ਤੁਹਾਨੂੰ ਦੱਸਿਆ, ਆਈ ਤਾਂ ਸੀਗੀ ਇਹ ਟਰੇਡਰ ਦੇ ਰੂਪ ਵਿੱਚ, ਆਈ ਤਾਂ ਸੀਗੀ ਇਹ ਵਪਾਰੀਆਂ ਦੇ ਰੂਪ ਦੇ ਵਿੱਚ। ਪਰ ਜਦੋਂ ਇਹਨਾਂ ਨੂੰ ਇੱਥੇ ਦੇ ਲਗਾਨ ਕਲੈਕਟ ਕਰਨ ਦਾ ਰਾਈਟ ਮਿਲ ਗਿਆ ਤਾਂ ਇਹ ਕਿਆ ਬਣ ਗਈ? ਪੋਲੀਟੀਕਲ ਬਾਡੀ ਬਣ ਗਈ। ਹੁਣ ਦੇਖੋ ਧਿਆਨ ਨਾਲ, ਜਦੋਂ ਇਹਨਾਂ ਨੂੰ ਰੈਵਨਿਊ ਕਲੈਕਟ ਕਰਨ ਦਾ ਰਾਈਟ ਮਿਲ ਗਿਆ ਤਾਂ ਇਹ ਕਿਵੇਂ ਪੋਲੀਟੀਕਲ ਬਾਡੀ ਬਣ ਗਈ? ਤੁਸੀਂ ਖੁਦ ਸੋਚੋ ਕਿ ਸਾਤੋਂ ਸਰਕਾਰ ਟੈਕਸ ਲੈਂਦੀ ਆ। ਠੀਕ ਹੈ, ਅਗਰ ਕਿਤੇ ਜਨਤਾ ਰਹਿੰਦੀ ਆ, ਉੱਥੋਂ ਟੈਕਸ ਵਸੂਲਿਆ ਜਾਂਦਾ ਏ ਤਾਂ ਕੌਣ ਵਸੂਲਦਾ ਹੈ? ਸਰਕਾਰ ਵਸੂਲਦੀ ਆ। ਤਾਂ ਜਦੋਂ ਹੁਣ ਇੱਥੇ ਈਸਟ ਇੰਡੀਆ ਕੰਪਨੀ ਨੂੰ ਟੈਕਸ ਕਲੈਕਟ ਕਰਨ ਦਾ ਰਾਈਟ ਮਿਲਿਆ ਤਾਂ ਇਹ ਵੀ ਤਾਂ ਸਰਕਾਰੇ ਬਣ ਗਈ। ਠੀਕ ਹੈ, ਤਾਂ ਕਮਰਸ਼ੀਅਲ ਬਾਡੀ ਤਾਂ ਸੀਗੀ ਇਹ ਵਪਾਰ ਕਰਨ ਦਾ IOI ਸੀ। ਇਹ ਨਾਲ ਦੀ ਨਾਲ ਕੀ ਬਣ ਗਈ? ਇੱਕ ਪੋਲੀਟੀਕਲ ਬਾਡੀ ਬਣ ਗਈ, ਜਿੱਥੋਂ ਇਹਦਾ ਇੰਡੀਆ 'ਤੇ ਰਾਜ ਕਰਨ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਹੈ। ਜਦੋਂ ਇਹ ਈਸਟ ਇੰਡੀਆ ਕੰਪਨੀ ਇੰਡੀਆ 'ਤੇ ਰਾਜ ਕਰਨਾ ਸ਼ੁਰੂ ਕਰਦੀ ਆ, ਉਸ ਟਾਈਮ ਉੱਤੇ ਤੁਸੀਂ ਦੇਖ ਲਓ ਕਿ 3 ਪ੍ਰੈਜ਼ੀਡੈਂਸੀ ਸੀਗੀਆਂ। ਠੀਕ ਹੈ, ਬੰਬੇ, ਮਦਰਾਸ ਅਤੇ ਬੰਗਾਲ। ਇਹ ਏਰੀਆ ਧਿਆਨ ਨਾਲ ਦੇਖ ਲਿਓ ਕਿ ਇਹ ਜਿਹੜੇ ਏਰੀਆ ਆਪਾਂ ਅੱਗੇ ਹੁਣ ਡਿਸਕਸ ਕਰਾਂਗੇ, ਇਹ ਜਿਹੜੇ 3 ਏਰੀਆ, ਬੰਗਾਲ, ਬੰਬੇ ਐਂਡ ਮਦਰਾਸ, ਇਹਨਾਂ ਦੇ ਵਿੱਚ ਨਾ 3 ਪ੍ਰੈਜ਼ੀਡੈਂਸੀ ਸੀਗੀਆਂ। ਪ੍ਰੈਜ਼ੀਡੈਂਸੀ ਦਾ ਮਤਲਬ ਕੀ ਹੈ ਕਿ ਇੱਥੇ ਇਹਦਾ ਗਵਰਨਰ ਬੈਠਾ ਹੈ ਬੰਬੇ ਦਾ, ਔਰ ਇਸ ਏਰੀਏ ਨੂੰ ਦੇਖ ਰਿਹਾ ਹੈ ਮਦਰਾਸ ਦਾ ਗਵਰਨਰ, ਔਰ ਬੰਗਾਲ ਵਾਲੇ ਏਰੀਏ ਨੂੰ ਦੇਖ ਰਿਹਾ ਹੈ ਬੰਗਾਲ ਦਾ ਗਵਰਨਰ। ਤਿੰਨੋਂ ਗਵਰਨਰ ਆਪਣੇ ਆਪਣੇ ਏਰੀਏ 'ਤੇ ਬੈਠ ਕੇ ਜੀ ਆਪਣੇ ਆਪਣੇ ਏਰੀਏ ਨੂੰ ਦੇਖ ਰਹੇ ਆ। ਹੁਣ ਗੱਲ ਆਉਂਦੀ ਹੈ ਰੈਗੂਲੇਟਿੰਗ ਐਕਟ ਦੀ। ਮੈਂ ਤੁਹਾਨੂੰ ਦੱਸਿਆ ਸੀ ਕਿ ਕੰਪਨੀ ਰੂਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਐਕਟ ਪਾਸ ਕੀਤਾ ਗਿਆ ਉਹ ਕੀਤਾ ਗਿਆ ਰੈਗੂਲੇਟਿੰਗ ਐਕਟ 1773 ਦਾ। ਹੁਣ ਇਹ ਕਿਉਂ ਪਾਸ ਕੀਤਾ ਗਿਆ? ਪਹਿਲਾਂ ਤਾਂ ਕੁਐਸਚਨ ਇਹ ਆਉਂਦਾ, ਦੇਖੋ ਅਸੀਂ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਜੀ। ਠੀਕ ਹੈ, ਕੰਪਨੀ ਰੂਲ ਦੇ ਦੌਰਾਨ ਸਭ ਤੋਂ ਪਹਿਲਾ ਐਕਟ ਜਿਹੜਾ ਆਇਆ ਉਹ ਆਇਆ ਜੀ ਰੈਗੂਲੇਟਿੰਗ ਐਕਟ 1773, ਅਤੇ ਉਹਦੀਆਂ ਪ੍ਰੋਵੀਜ਼ਨਸ ਕੀ ਆਏ ਜੀ ਉਹ ਅਸੀਂ ਪੜ੍ਹ ਲੈਂਦੇ ਹਾਂ। ਠੀਕ ਹੈ, ਪਰ ਆਪਾਂ ਪਿੱਛੇ ਲੌਜਿਕ ਤਾਂ ਦੇਖਦੇ ਨਹੀਂ ਕਿ ਜਿਹੜਾ ਰੈਗੂਲੇਟਿੰਗ ਐਕਟ ਆਇਆ 1773 ਦਾ ਉਹ ਕਿਉਂ ਆਇਆ ਸੀ। ਤਾਂ ਆਪਾਂ ਉਹੀ ਪਹਿਲਾਂ ਡਿਸਕਸ ਕਰਦੇ ਹਾਂ ਚੀਜ਼ ਕਿ ਜਦੋਂ ਕੰਪਨੀ ਆ ਗਈ ਇੱਥੇ ਵਪਾਰ ਕਰਨ, ਹੌਲੀ ਹੌਲੀ ਉਹ ਇੱਥੇ ਰਾਜਨੀਤੀ ਵਿੱਚ ਆਉਣ ਲੱਗੀ। ਰਾਜਨੀਤੀ ਵਿੱਚ ਆ ਕੇ ਉਹ ਇੱਕ ਪੋਲੀਟੀਕਲ ਬਾਡੀ ਬਣ ਗਈ। ਠੀਕ ਹੈ, ਫਿਰ ਇਹੋ ਜਿਹੀ ਕਿਆ ਚੀਜ਼ ਹੋਈ ਕਿ ਜਿਹੜੀ ਇੰਗਲੈਂਡ ਦੇ ਵਿੱਚ ਰਾਣੀ ਬੈਠੀ ਆ, ਇੰਗਲੈਂਡ ਦੇ ਵਿੱਚ ਪਾਰਲੀਮੈਂਟ ਬੈਠੀ ਆ, ਉਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਰੈਗੂਲੇਟ ਕਰਨਾ ਸ਼ੁਰੂ ਕਰਤਾ। ਇਹ ਚੀਜ਼ ਆਪਾਂ ਪਹਿਲਾਂ ਦੇਖਣੀ ਹੈ। ਠੀਕ ਹੈ, ਫਿਰ ਆਪਾਂ ਰੈਗੂਲੇਟਿੰਗ ਐਕਟ ਪੜ੍ਹੂਗੇ ਵੀ ਹਾਂ ਬ੍ਰਿਟਿਸ਼ ਪਾਰਲੀਮੈਂਟ ਨੇ ਇੰਗਲੈਂਡ 'ਚ ਬੈਠਿਆਂ ਨੇ ਇੰਡੀਆ ਦੇ ਉੱਤੇ ਉਸ ਟਾਈਮ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਨਾਂ ਦੇ ਲਈ ਰੈਗੂਲੇਟਿੰਗ ਐਕਟ ਪਾਸ ਕਰਿਆ ਸੀ। ਪਰ ਪਹਿਲਾਂ ਇਹ ਤਾਂ ਦੇਖੇ ਵੀ ਕਿਉਂ ਪਾਸ ਕਰਿਆ ਸੀ। ਤਾਂ ਆਪਾਂ ਦੇਖਦੇ ਹਾਂ ਕਿ ਕਿਉਂ ਇਹੋ ਜਿਹੀ ਕਿਆ ਲੋੜ ਪੈ ਗਈ ਸੀ ਕਿ ਜਿਹੜੀ ਰੈਗੂਲੇਟਿੰਗ ਐਕਟ ਪਾਸ ਕਰਨਾ ਪਿਆ। ਪਹਿਲੀ ਗੱਲ ਤਾਂ ਜੀ ਦੇਖੋ, ਹੁਣ ਮੈਂ ਤੁਹਾਨੂੰ ਮੈਪ 'ਚ ਦਿਖਾ ਕੇ ਹਟੀ ਹਾਂ ਕਿ 3 ਆਪਣੀ ਕੋਲ ਪ੍ਰੈਜ਼ੈਂਸੀ ਸੀਗੀ ਉਸ ਟਾਈਮ 'ਤੇ, ਬੰਗਾਲ, ਬੰਬੇ ਐਂਡ ਮਦਰਾਸ। ਠੀਕ ਹੈ, ਔਰ ਉਹ ਤਿੰਨੇ ਇੰਡੀਪੈਂਡੈਂਟ ਸੀਗੀਆਂ। ਬੰਗਾਲ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ ਸੀ, ਬੰਬੇ ਆਪਣੇ ਹਿਸਾਬ ਨਾਲ, ਮਦਰਾਸ ਆਪਣੇ ਹਿਸਾਬ ਨਾਲ। ਮੇਰੇ ਕਹਿਣ ਦਾ ਮਤਲਬ ਜਿਹਦੇ ਤਿੰਨੋਂ ਗਵਰਨਰ ਸੀ ਉਹ ਆਪਣੇ ਏਰੀਆ ਨੂੰ ਆਪਣੇ ਹਿਸਾਬ ਨਾਲ ਰੂਲ ਕਰ ਰਹੇ ਸੀ। ਠੀਕ ਹੈ, ਤਾਂ ਉੱਥੇ ਦੀ ਬ੍ਰਿਟਿਸ਼ ਪਾਰਲੀਮੈਂਟ ਨੇ ਸੋਚਿਆ ਕਿਉਂ ਨਾ ਅਸੀਂ ਯੂਨੀਫਾਰਮਟੀ ਲੈ ਕੇ ਆਈਏ ਪੂਰੀ ਦੀ ਪੂਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜਿੰਨਾ ਵੀ ਉੱਥੇ ਪ੍ਰਸ਼ਾਸਨਿਕ ਕਾਰਵਾਈ ਆ, ਕਿਉਂ ਨਾ ਅਸੀਂ ਉਹਨਾਂ ਵਿੱਚ ਯੂਨੀਫਾਰਮਟੀ ਲੈ ਕੇ ਆਈਏ ਕਿ ਜਿਹੜੇ ਐਕਟ
ਆਪਣੇ ਕੋਲ ਗਵਰਨਰ ਆਫ ਬੰਬੇ ਪਾਸ ਕਰ ਰਿਹਾ, ਉੱਦਾਂ ਦਾ ਹੀ ਐਕਟ ਬੰਗਾਲ ਦੇ ਵਿੱਚ ਹੋਵੇ ਅਤੇ ਉੱਦਾਂ ਦਾ ਹੀ ਐਕਟ ਮਦਰਾਸ ਦੇ ਵਿੱਚ ਹੋਵੇ। ਇਹ ਚੀਜ਼ਾਂ ਨੂੰ ਦੇਖਦੇ ਹੋਏ ਰੈਗੂਲੇਟਿੰਗ ਐਕਟ ਪਾਸ ਕੀਤਾ। ਇੱਕ ਹੋਰ ਕਾਰਨ ਕੀ ਸੀ, ਤਾਂ ਈਸਟ ਇੰਡੀਆ ਕੰਪਨੀ ਦੇ ਨਾ ਹੌਲੀ ਹੌਲੀ 1772 ਦੇ ਵਿੱਚ ਆ ਕੇ ਪਤਾ ਲੱਗਿਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਹੈ ਨਾ, ਉਹ ਹੋ ਰਹੀ ਹੈ ਜੀ ਬੰਦ, ਉਹ ਹੋ ਰਹੀ ਹੈ ਇਨਸੋਲਵੈਂਟ। ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਦਾ ਦਿਵਾਲੀਆ ਨਿਕਲਣੇ ਵਾਲਾ ਹੈ। ਪਰ ਨਾਲ ਦੀ ਨਾਲ ਦੇਖਿਆ ਗਿਆ ਕਿ ਜਿਹੜਾ ਈਸਟ ਇੰਡੀਆ ਕੰਪਨੀ ਦਾ ਸਟਾਫ ਆ, ਜਿਹੜੇ ਉਹਦੇ ਵਿੱਚ ਕੰਮ ਕਰਦੇ ਆ, ਈਸਟ ਇੰਡੀਆ ਕੰਪਨੀ ਦਾ ਡਾਇਰੈਕਟਰਸ ਹੋ ਗਏ, ਠੀਕ ਹੈ, ਈਸਟ ਇੰਡੀਆ ਕੰਪਨੀ ਦੇ ਮੈਂਬਰਸ ਹੋ ਗਏ, ਉਹ ਸਾਰੇ ਹੋ ਰਹੇ ਆ ਅਮੀਰ। ਦੇਖੋ ਹੁਣ ਗੱਲ ਕੀ ਹੈ, ਈਸਟ ਇੰਡੀਆ ਕੰਪਨੀ ਦਾ ਦਿਵਾਲੀਆ ਨਿਕਲਣੇ ਵਾਲਾ ਹੈ, ਈਸਟ ਇੰਡੀਆ ਕੰਪਨੀ ਕੋਲ ਪੈਸਾ ਨਹੀਂ ਆਪਣੇ ਦੇਣਦਾਰੀਆਂ ਦੇਣ ਲਈ, ਪਰ ਜਿਹੜੇ ਉਹਦੇ ਮੈਂਬਰ ਆ, ਜਿਹੜੇ ਉਹਦੇ ਡਾਇਰੈਕਟਰਸ ਆ, ਉਹਨਾਂ ਕੋਲ ਬਹੁਤ ਪੈਸਾ ਹੈ। ਆਹ ਕੀ ਗੱਲ ਹੈ, ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਕੋਲ ਕਰਪਟ ਆ। ਇਹਦਾ ਮਤਲਬ ਜਿਹੜਾ ਈਸਟ ਇੰਡੀਆ ਕੰਪਨੀ ਦਾ ਜਿਹੜਾ ਆਪਣੇ ਕੋਲ ਸਟਾਫ ਹੈ ਉਹ ਕਰਪਟ ਹੈ, ਠੀਕ ਹੈ। ਹੁਣ ਉਹ ਕਰਪਟ ਆ, ਉਹਦੇ ਨਾਲ ਉਹ ਬਰਾਈਬਰੀ ਕਰ ਰਿਹਾ। ਜਿਹੜੇ ਇੱਥੇ ਦੇ ਨੇਟਿਵ ਲੋਕ ਆ, ਇੱਥੋਂ ਦੇ ਰਹਿਣ ਵਾਲੇ ਲੋਕ ਸੀ ਉਸ ਟਾਈਮ 'ਤੇ ਭਾਰਤ ਦੇ, ਉਹਨਾਂ ਤੋਂ ਉਹ ਪੈਸੇ ਲੈ ਕੇ ਖਾਂਦੇ ਸੀ, ਉਹਨਾਂ ਤੋਂ ਰਿਸ਼ਵਤਖੋਰੀ ਕਰਦੇ ਸੀ। ਤਾਂ ਇਹਨਾਂ ਕਾਰਨਾਂ ਕਰਕੇ ਉੱਥੋਂ ਦੀ ਬ੍ਰਿਟਿਸ਼ ਪਾਰਲੀਮੈਂਟ ਨੂੰ ਪਤਾ ਚੱਲਿਆ ਕਿ ਜਿਹੜਾ ਈਸਟ ਇੰਡੀਆ ਕੰਪਨੀ ਦਾ ਸਟਾਫ ਆ ਉਹ ਅਮੀਰ ਹੋ ਰਿਹਾ ਹੈ, ਪਰ ਖੁਦ ਈਸਟ ਇੰਡੀਆ ਕੰਪਨੀ ਡੁੱਬ ਰਹੀ ਹੈ। ਇਸ ਚੀਜ਼ ਨੂੰ ਅਸੀਂ ਬੋਲਦੇ ਹਾਂ ਕਿ ਈਸਟ ਇੰਡੀਆ ਕੰਪਨੀ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਸੀ, ਠੀਕ ਹੈ। ਔਰ ਬਹੁਤ ਸਾਰੀਆਂ ਲੜਾਈਆਂ ਵੀ ਹੋਈਆਂ, ਲੜਾਈਆਂ ਦੇ ਵਿੱਚ ਵੀ ਪੈਸਾ ਗਿਆ ਈਸਟ ਇੰਡੀਆ ਕੰਪਨੀ ਦਾ, ਇਸ ਕਰਕੇ ਈਸਟ ਇੰਡੀਆ ਕੰਪਨੀ ਡੁੱਬ ਰਹੀ ਸੀ। ਤਾਂ ਈਸਟ ਇੰਡੀਆ ਕੰਪਨੀ ਜਦੋਂ ਡੁੱਬ ਰਹੀ ਸੀ ਨਾ, ਤਾਂ ਜਿਹੜੇ ਈਸਟ ਇੰਡੀਆ ਕੰਪਨੀ ਦੇ ਮੈਂਬਰਸ ਆ ਉਹ ਜਾਂਦੇ ਆ ਬ੍ਰਿਟਿਸ਼ ਪਾਰਲੀਮੈਂਟ ਕੋਲ, ਬ੍ਰਿਟਿਸ਼ ਪਾਰਲੀਮੈਂਟ ਕੋਲ ਜਾ ਕੇ ਗੁਹਾਰ ਲਾਉਂਦੇ ਆ ਕਿ ਸਾਡੀ ਈਸਟ ਇੰਡੀਆ ਕੰਪਨੀ ਡੁੱਬ ਰਹੀ ਹੈ ਜੀ, ਸਾਨੂੰ ਲੋਨ ਦੇ ਦਿਓ। ਫਿਰ ਬ੍ਰਿਟਿਸ਼ ਪਾਰਲੀਮੈਂਟ ਨੂੰ ਪਤਾ ਲੱਗਿਆ ਕਿਉਂ ਨਾ ਹੁਣ ਇਹ ਜਿਹੜਾ ਮੌਕਾ ਹੈ ਇਹਨੂੰ ਅਸੀਂ ਹੱਥੋਂ ਨਾ ਗਵਾਈਏ, ਹੁਣ ਇਸ ਮੌਕੇ ਦੇ ਉੱਤੇ ਅਸੀਂ ਈਸਟ ਇੰਡੀਆ ਕੰਪਨੀ 'ਤੇ ਕੰਟਰੋਲ ਕਰ ਲਈਏ। ਜਦੋਂ ਈਸਟ ਇੰਡੀਆ ਕੰਪਨੀ ਨੇ 1 ਮਿਲੀਅਨ ਪਾਉਂਡ ਦਾ 10 ਲੱਖ ਪਾਉਂਡ ਦਾ ਲੋਨ ਮੰਗਿਆ, ਫਿਰ ਉੱਥੋਂ ਦੀ ਬ੍ਰਿਟਿਸ਼ ਪਾਰਲੀਮੈਂਟ ਨੇ ਕੀ ਕਿਹਾ ਕਿ ਕੋਈ ਨਹੀਂ ਜੀ, ਅਸੀਂ ਤੁਹਾਨੂੰ ਲੋਨ ਦੇ ਦੂੰਗੇ, ਪਰ ਤੁਸੀਂ ਸਾਨੂੰ ਕੁਝ ਕੰਡੀਸ਼ਨਸ ਹੈ ਜਿਹੜੇ ਤੁਸੀਂ ਸਾਨੂੰ ਪੂਰੀਆਂ ਕਰਕੇ ਦੇਣੀ ਹੈ। ਪਹਿਲੀ ਚੀਜ਼ ਹੈ ਤੁਸੀਂ ਆਪਣੀ ਬੁੱਕਸ ਆਫ ਅਕਾਊਂਟ ਸਾਨੂੰ ਦੱਸਣੀ ਹੈ, ਠੀਕ ਹੈ, ਦਿਖਾਉਣੀ ਹੈ। ਹੁਣ ਜਦੋਂ ਇੱਕ ਬੈਂਕ ਤੁਸੀਂ ਲੋਨ ਲੈਣ ਜਾਂਦੇ ਆ ਤਾਂ ਬੈਂਕ ਕੀ ਕਹਿੰਦਾ ਹੈ ਕਿ ਤੁਹਾਨੂੰ ਮੈਂ ਲੋਨ ਤਾਂ ਦੇ ਦੂੰਗਾ, ਤੁਸੀਂ ਆਪਣੀ ਇਨਕਮ ਸਟੇਟਮੈਂਟ ਦਿਖਾਓ, ਤੁਹਾਡੀ ਇਨਕਮ ਕਿੰਨੀ ਹੈ, ਤੁਹਾਡੀ ਆਕੂਪੇਸ਼ਨ ਕੀ ਹੈ, ਤੁਹਾਡਾ ਪੈਸਾ ਕਿੱਥੋਂ ਆ ਰਿਹਾ ਹੈ, ਕਿੱਥੇ ਤੁਹਾਡਾ ਪੈਸਾ ਜਾ ਰਿਹਾ ਹੈ, ਤੁਸੀਂ ਆਪਣੇ ਖਾਤੇ ਦਿਖਾਓ, ਠੀਕ ਹੈ, ਤਾਂ ਕਿ ਬੈਂਕ ਨੂੰ ਇਹ ਸ਼ੋਰਿਟੀ ਰਹੇ ਕਿ ਤੁਸੀਂ ਕੱਲ੍ਹ ਉਹਦਾ ਲੋਨ ਹੈ ਜਿਹੜਾ ਉਹ ਵਾਪਸ ਕਰ ਦੂੰਗੇ। ਇੱਦਾਂ ਹੀ ਉਸ ਟਾਈਮ 'ਤੇ ਬ੍ਰਿਟਿਸ਼ ਪਾਰਲੀਮੈਂਟ ਨੇ ਕਰਿਆ ਸੀ। ਬ੍ਰਿਟਿਸ਼ ਪਾਰਲੀਮੈਂਟ ਨੇ ਈਸਟ ਇੰਡੀਆ ਕੰਪਨੀ ਨੂੰ ਲੋਨ ਦੇਣ ਲਈ ਹਾਂ ਤਾਂ ਕਰਤੀ, ਪਰ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਖਾਤੇ ਤੁਸੀਂ ਦੇਣੀ ਆ, ਅਤੇ ਨਾਲ ਦੀ ਨਾਲ ਤੁਹਾਡੇ ਪਰ ਅਸੀਂ ਨੇ ਹੌਲੀ ਹੌਲੀ ਕੰਟਰੋਲ ਕਰਨਾ ਸ਼ੁਰੂ ਕਰਨਾ ਹੈ ਜੀ। ਇਹ ਤਾਂ ਸੀਗੇ 2 ਰੀਜ਼ਨ ਹੀ ਰੈਗੂਲੇਟਿੰਗ ਐਕਟ ਪਾਸ ਕਰਨ ਦੀ। ਫਿਰ ਉਸ ਤੋਂ ਬਾਅਦ ਇੱਕ ਹੋਰ ਰੀਜ਼ਨ ਸੀ, ਜਦੋਂ ਉਹਨੇ ਚਾਰਟਰ ਐਕਟ ਸਾਈਨ ਕਰਾਇਆ ਸੀ, ਉਹਨਾਂ ਨੇ ਇਹ ਚੀਜ਼ ਲਿਖੀ ਸੀ ਕਿ ਅਸੀਂ ਉੱਥੇ ਟਰੇਡ ਕਰਨ ਚੱਲੇ ਹਾਂ, ਅਸੀਂ ਉੱਥੇ ਵਪਾਰ ਕਰਨ ਚੱਲੇ ਹਾਂ। ਪਰ ਹੌਲੀ ਹੌਲੀ ਇੱਥੇ ਆ ਕੇ ਉਹ ਭਾਰਤ ਦੇ ਵਿੱਚ ਆ ਕੇ ਜਿਹੜੀ ਈਸਟ ਇੰਡੀਆ ਕੰਪਨੀ ਆ ਉਹ ਰੂਲਿੰਗ ਬੋਡੀ ਬਣਦੀ ਜਾ ਰਹੀ ਸੀ। ਇਹ ਗੱਲ ਬ੍ਰਿਟਿਸ਼ ਜਿਹੜੀ ਪਾਰਲੀਮੈਂਟ ਆ ਉਹਨੂੰ ਸਮਝ ਨਹੀਂ ਸੀ ਆ ਰਹੀ, ਕਿਉਂਕਿ ਬ੍ਰਿਟਿਸ਼ ਪਾਰਲੀਮੈਂਟ ਦੇ ਹੁੰਦੇ ਹੋਏ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਰਾਜ ਕਿਵੇਂ ਕਰ ਸਕਦੀ ਹੈ, ਠੀਕ ਹੈ। ਤਾਂ ਉਹਨਾਂ ਨੂੰ ਇਹ ਗੱਲ ਖਟਕਦੀ ਸੀ ਕਿ ਇਹ ਜਦੋਂ ਵਪਾਰ ਸਾਨੂੰ ਕਹਿ ਕੇ ਗਈਆਂ ਕਿ ਅਸੀਂ ਵਪਾਰ ਕਰਨਾ, ਇਹ ਉੱਥੇ ਰਾਜ ਕਿਉਂ ਕਰ ਰਹੇ ਹਾਂ। ਇਸ ਕਰਕੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਅਸੀਂ ਈਸਟ ਇੰਡੀਆ ਕੰਪਨੀ ਨੂੰ ਰੈਗੂਲੇਟ ਕਰਨਾ ਸ਼ੁਰੂ ਕਰੀਏ। ਤਾਂ ਜਦੋਂ ਇਹ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਆਈਆਂ ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਕੀ ਕੀਤਾ, ਉੱਥੇ ਦੀ ਨੇ ਉਹਨਾਂ ਨੇ ਇੱਕ ਸੀਕਰੇਟ ਕਮੇਟੀ ਬਿਠਾਈ, ਔਰ ਸੀਕਰੇਟ ਕਮੇਟੀ ਦੀ ਜਿਹੜੀ ਰਿਪੋਰਟ ਆਈ, ਉਸ ਰਿਪੋਰਟ ਦੇ ਅਕੋਰਡਿੰਗ ਇਹ ਕਿਹਾ ਗਿਆ ਕਿ ਤੁਸੀਂ ਈਸਟ ਇੰਡੀਆ ਕੰਪਨੀ ਜਿਹੜੇ ਅਫੇਅਰਸ ਹਨ ਉਹਨੂੰ ਰੈਗੂਲੇਟ ਕਰਨਾ ਸ਼ੁਰੂ ਕਰ ਦਿਓ। ਇਸ ਕਰਕੇ ਜਿਹੜਾ ਰੈਗੂਲੇਟਿੰਗ ਐਕਟ ਸੀ 1773 ਦਾ, ਉਹ ਪਾਸ ਕੀਤਾ ਗਿਆ। ਗੱਲ ਕਰਦੇ ਹਾਂ ਰੈਗੂਲੇਟਿੰਗ ਐਕਟ ਆਫ 1773, ਰੈਗੂਲੇਟਿੰਗ ਐਕਟ 1773 ਦੀ, ਠੀਕ ਹੈ। ਤਾਂ ਇਹ ਤਾਂ ਜੀ ਸਭ ਤੋਂ ਪਹਿਲਾ ਸਟੈਪ ਸੀ। ਮੈਂ ਤੁਹਾਨੂੰ ਦੱਸਿਆ ਹੈ ਕਿ ਬ੍ਰਿਟਿਸ਼ ਗਵਰਨਮੈਂਟ ਨੇ ਜਦੋਂ ਦੇਖਿਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਆ ਉਹ ਆਪਣੇ ਕੋਲ ਡੁੱਬ ਰਹੀ ਆ, ਪਰ ਇੱਥੇ ਦੇ ਜਿਹੜੇ ਆਪਣੇ ਕੋਲ ਇਹਦੇ ਮੈਂਬਰਸ ਆ ਉਹ ਅਮੀਰ ਹੋ ਰਹੇ ਆ, ਤਾਂ ਇਹਨਾਂ ਨੇ ਸੋਚਿਆ ਕਿਉਂ ਨਾ ਅਸੀਂ ਇਹਨੂੰ ਕੰਟਰੋਲ ਕਰਨਾ ਸ਼ੁਰੂ ਕਰੀਏ। ਤਾਂ ਰੈਗੂਲੇਟਿੰਗ ਐਕਟ ਦੇ ਨਾਲ ਉਹਨੇ ਪਹਿਲੀ ਵਾਰ ਕੰਟਰੋਲ ਕਰਨਾ ਸ਼ੁਰੂ ਕੀਤਾ ਸੀ ਈਸਟ ਇੰਡੀਆ ਕੰਪਨੀ ਦੇ ਅਫੇਅਰਸ ਨੂੰ। ਦੂਜਾ ਇਹਨਾਂ ਨੇ ਰੈਕਗਨਾਈਜ਼ ਕਰ ਲਿਆ ਸੀ ਕਿ ਜਿਹੜੀ ਈਸਟ ਇੰਡੀਆ ਕੰਪਨੀ ਉਹ ਪੋਲੀਟੀਕਲ ਬਾਡੀ ਵੀ ਹੈ ਅਤੇ ਐਡਮਿਨਿਸਟ੍ਰੇਟਿਵ ਬਾਡੀ ਵੀ ਹੈ, ਠੀਕ ਹੈ। ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਇੰਡੀਆ ਦਾ, ਉਹ ਈਸਟ ਇੰਡੀਆ ਕੰਪਨੀ ਦੇਖ ਰਹੀ ਹੈ, ਇਸ ਚੀਜ਼ ਨੂੰ ਇਹਨਾਂ ਨੇ ਮੰਨ ਲਿਆ ਸੀ। ਔਰ ਇਹਦੇ ਨਾਲ ਇਹਨਾਂ ਨੇ ਸੈਂਟਰਲ ਐਡਮਿਨਿਸਟ੍ਰੇਸ਼ਨ ਦਾ ਨੀਂਹ ਪੱਥਰ ਵੀ ਰੱਖਤਾ ਸੀ। ਹੁਣ ਸੈਂਟਰਲ ਐਡਮਿਨਿਸਟ੍ਰੇਸ਼ਨ ਦਾ ਮਤਲਬ ਕੀ ਹੈ ਕਿ ਸਾਰਾ ਜਿਹੜਾ ਕੰਟਰੋਲ ਹੈ ਨਾ ਉਹ ਇੱਕ ਕੇਂਦਰ ਦੇ ਉੱਤੇ ਹੁੰਦਾ ਹੈ, ਇੱਕ ਕੇਂਦਰ ਕੰਟਰੋਲ ਕਰਦਾ ਸਾਰੇ ਏਰੀਆ ਨੂੰ, ਇਹਨੂੰ ਅਸੀਂ ਬੋਲਦੇ ਹਾਂ ਸੈਂਟਰਲ ਐਡਮਿਨਿਸਟ੍ਰੇਸ਼ਨ, ਠੀਕ ਹੈ। ਤਾਂ ਇਹ ਚੀਜ਼ ਹੋਈ ਹੈ ਰੈਗੂਲੇਟਿੰਗ ਐਕਟ ਦੇ ਆਉਣ ਨਾਲ। ਪਰ ਇਹਦੀਆਂ ਆਪਣੇ ਕੋਲ ਫੀਚਰਸ ਕੀ ਸੀਗੇ, ਇਸ ਐਕਟ ਦੇ ਵਿੱਚ ਕੀਤਾ ਕੀ ਗਿਆ, ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਇਆ ਗਿਆ। ਮੈਂ ਤੁਹਾਨੂੰ ਦਿਖਾਇਆ ਸੀ ਪਿੱਛੇ ਕਿ ਇੱਥੇ ਬੰਗਾਲ ਹੈ ਜੀ, ਇੱਥੇ ਬੰਬੇ ਹੈ, ਇੱਥੇ ਮਦਰਾਸ ਹੈ, ਇਹ ਤਿੰਨੋਂ ਇੰਡੀਪੈਂਡੈਂਟਲੀ ਕੰਮ ਕਰ ਰਹੀਆਂ ਸੀ ਪ੍ਰੈਜ਼ੀਡੈਂਸੀਜ਼, ਠੀਕ ਹੈ। ਬਟ ਹੋਇਆ ਕਿ ਰੈਗੂਲੇਟਿੰਗ ਐਕਟ 1773 ਦੇ ਵਿੱਚ ਜਿਹੜਾ ਇਹ ਬੰਗਾਲ ਦਾ ਗਵਰਨਰ ਸੀ ਨਾ, ਇਹਨੂੰ ਗਵਰਨਰ ਜਨਰਲ ਬਣਾਤਾ ਨਾਮ ਚੇਂਜ ਕਰਕੇ। ਔਰ ਹੋਇਆ ਕਿ ਇਹਦੀ ਅਸਿਸਟੈਂਸ ਦੇ ਲਈ, ਇਹਦੀ ਹੈਲਪ ਦੇ ਲਈ
ਇੱਕ ਆਪਣੇ ਕੋਲ ਕੌਂਸਲ ਬਣਾਈ ਗਈ ਜਿਹਨੂੰ ਅਸੀਂ ਐਗਜ਼ੈਕਟਿਵ ਕੌਂਸਲ ਬੋਲਦੇ ਹਾਂ, ਔਰ ਇਹਦੇ ਹੋਣਗੇ 4 ਮੈਂਬਰ। ਇਸ ਗਵਰਨਰ ਜਨਰਲ ਦੀ ਹੈਲਪ ਦੇ ਲਈ 4 ਮੈਂਬਰਾਂ ਦੀ ਕੌਂਸਲ ਬਣਾਈ ਗਈ, ਔਰ ਉਸ ਟਾਈਮ 'ਤੇ ਉਹ ਗਵਰਨਰ ਜਨਰਲ ਬੰਗਾਲ ਕੌਣ ਬਣਿਆ ਸੀ? ਲਾਰਡ ਵਾਰਨ ਹੇਸਟਿੰਗ। ਠੀਕ ਹੈ ਜੀ। ਹੋਰ ਇਹਦੇ ਵਿੱਚ ਕੀ ਕੀਤਾ ਗਿਆ, ਜਿਹੜੀ ਬੰਬੇ ਅਤੇ ਮਦਰਾਸ ਦੀ ਪ੍ਰੈਜ਼ੀਡੈਂਸੀ ਸੀ ਉਹਨੂੰ ਸਬੋਰਡੀਨੇਟ ਕਰਤਾ ਗਵਰਨਰ ਜਨਰਲ ਆਫ ਬੰਗਾਲ ਦੀ। ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਬੰਗਾਲ, ਬੰਬੇ ਐਂਡ ਮਦਰਾਸ ਦੇ ਜਿੰਨੇ ਵੀ ਗਵਰਨਰ ਸੀ ਆਪਣੇ ਇੰਡੀਪੈਂਡੈਂਟਲੀ ਕੰਮ ਕਰ ਰਹੇ ਸੀ ਆਪਣੇ ਆਪਣੇ ਪੱਧਰ 'ਤੇ, ਪਰ ਇਸ ਐਕਟ ਦੇ ਨਾਲ ਕੀ ਕੀਤਾ ਕਿ ਜਿਹੜਾ ਬੰਬੇ ਅਤੇ ਮਦਰਾਸ ਆ ਨਾ ਉਹਨੂੰ ਨੀਚੇ ਕਰਤਾ, ਉਹਨੂੰ ਥੱਲੇ ਕਰਤਾ ਗਵਰਨਰ ਜਨਰਲ ਦੀ। ਇਹਦਾ ਮਤਲਬ ਕਿ ਗਵਰਨਰ ਜਨਰਲ ਓਵਰ ਰੂਲ ਕਰ ਸਕਦਾ ਹੈ ਬੰਬੇ ਅਤੇ ਮਦਰਾਸ ਨੂੰ। ਠੀਕ ਹੈ, ਪਹਿਲਾਂ ਕੀ ਸੀ, ਪਹਿਲਾਂ ਇਹ 3 ਇੰਡੀਪੈਂਡੈਂਟ ਕੰਮ ਕਰਦੀਆਂ ਸੀ, ਹੁਣ ਬੰਬੇ ਅਤੇ ਮਦਰਾਸ ਬੰਗਾਲ ਦੇ ਗਵਰਨਰ ਜਨਰਲ ਦੇ ਥੱਲੇ ਕੰਮ ਕਰਨਗੇ। ਹੋਰ ਕੀ ਕੀਤਾ ਗਿਆ, ਸੁਪਰੀਮ ਕੋਰਟ ਐਸਟੈਬਲਿਸ਼ ਕੀਤੀ ਗਈ। ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਐਸਟੈਬਲਿਸ਼ ਕੀਤੀ ਗਈ 1774 ਦੇ ਵਿੱਚ। ਇੱਕ ਚੀਫ ਜਸਟਿਸ ਸੀ ਸਰ ਐਲੀਜਾ ਇੰਫੇ ਐਂਡ ਆਪਣੇ ਕੋਲ 3 ਹੋਰ ਜੱਜ ਸੀ। ਠੀਕ ਹੈ, ਨਾਲ ਦੇ ਨਾਲ ਇਹਨੇ ਪ੍ਰੋਹਿਬਿਟ ਕੀਤਾ, ਇਹਨੇ ਮਨਾ ਕਰਿਆ ਕੰਪਨੀ ਦੇ ਜਿੰਨੇ ਵੀ ਵਰਕਰਸ ਆ, ਸਰਵੈਂਟਸ ਆ, ਕਿ ਉਹਨਾਂ ਨੇ ਇੱਥੋਂ ਦੇ ਇੰਡੀਆ ਦੇ ਲੋਕਾਂ ਤੋਂ, ਨੇਟਿਵ ਤੋਂ ਕੋਈ ਵੀ ਰਿਸ਼ਵਤ ਨਹੀਂ ਲੈਣੀ, ਕੋਈ ਵੀ ਗਿਫਟ ਰਿਸੀਵ ਨਹੀਂ ਕਰਨਾ। ਔਰ ਕਿਹਾ ਗਿਆ ਕਿ ਜਿਹੜਾ ਬ੍ਰਿਟਿਸ਼ ਗਵਰਨਮੈਂਟ ਹੈ ਨਾ, ਬ੍ਰਿਟਿਸ਼ ਗਵਰਨਮੈਂਟ ਨੂੰ ਹੱਕ ਆ ਪੂਰਾ ਕੰਪਨੀ ਨੂੰ ਕੰਟਰੋਲ ਕਰਨ ਦਾ। ਠੀਕ ਹੈ, ਔਰ ਇਹਨਾਂ ਨੇ ਕਿਹਾ ਕਿ ਜਿਹੜੀ ਆਪਣੇ ਕੋਲ ਕੰਪਨੀ ਆ ਉਹਨਾਂ ਦੀ ਜਿੰਨੀ ਵੀ ਰੈਵਨਿਊ ਆ, ਜਿੰਨਾ ਵੀ ਉਹਨਾਂ ਨੂੰ ਇਨਕਮ ਆ ਰਹੀ ਹੈ, ਜਿੰਨੀ ਵੀ ਸਿਵਲ ਔਰ ਮਿਲਟਰੀ ਅਫੇਅਰਸ ਆ ਕੰਪਨੀ ਦੇ, ਉਹਨਾਂ ਸਾਰਿਆਂ ਦੀ ਰਿਪੋਰਟ ਉਹਨਾਂ ਨੇ ਕਿਹਨੂੰ ਦੇਣੀ ਆ? ਬ੍ਰਿਟਿਸ਼ ਗਵਰਨਮੈਂਟ ਨੂੰ। ਔਰ ਜਿਹੜਾ ਗਵਰਨਰ ਜਨਰਲ ਸੀ ਉਹਨੂੰ ਕਿਹਾ ਗਿਆ ਕਿ ਉਹਨੇ ਆਰਡਰ ਫੋਲੋ ਕਰਨੇ ਆ ਡਾਇਰੈਕਟਰਸ ਆਫ ਕੰਪਨੀ ਦੇ, ਐਂਡ ਉਹਨਾਂ ਨੂੰ ਇਨਫੋਰਮ ਕਰਨੇ ਆਪਣੇ ਸਾਰੇ ਮੈਟਰਸ ਬਾਰੇ। ਇਹਦਾ ਮਤਲਬ ਕੀ ਹੈ ਕਿ ਜਿਹੜਾ ਇਹ ਗਵਰਨਰ ਜਨਰਲ ਸੀ ਨਾ, ਇਹ ਕੰਪਨੀ ਦੇ ਥੱਲੇ ਕੰਮ ਕਰੂਗਾ। ਗਵਰਨਰ ਆਫ ਬੰਬੇ ਅਤੇ ਮਦਰਾਸ ਆ ਜਿਹੜੇ, ਉਹ ਤਾਂ ਕੰਮ ਕਰਨਗੇ ਗਵਰਨਰ ਜਨਰਲ ਆਫ ਬੰਗਾਲ ਦੇ ਥੱਲੇ, ਔਰ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਹੈ ਉਹ ਇਨਫੋਰਮ ਕਰੂਗਾ ਈਸਟ ਇੰਡੀਆ ਕੰਪਨੀ ਨੂੰ। ਠੀਕ ਹੈ, ਇਹ ਸਾਰੀਆਂ ਪ੍ਰੋਵੀਜ਼ਨ ਸੀਗੀਆਂ ਰੈਗੂਲੇਟਿੰਗ ਐਕਟ ਦੀਆਂ। ਹੁਣ ਉਸ ਤੋਂ ਬਾਅਦ ਆਉਂਦਾ ਹੈ ਪਿਟਸ ਇੰਡੀਆ ਐਕਟ 1784। ਇਹ ਪਿਟਸ ਜਿਹੜਾ ਆਪਣੇ ਕੋਲ ਪਰਸਨ ਸੀ ਉਹਨੇ ਆਪਣੇ ਕੋਲ ਪਾਸ ਕਰਵਾਇਆ ਸੀ, ਇਸ ਕਰਕੇ ਉਹਦੇ ਨਾਮ 'ਤੇ ਇਹਨੂੰ ਐਕਟ ਨੂੰ ਪਿਟਸ ਇੰਡੀਆ ਐਕਟ 1784 ਕਹਿਣ ਲੱਗ ਗਏ। ਹੁਣ ਇਹਦੇ ਵਿੱਚ ਕੀ ਕੀਤਾ ਗਿਆ ਜੀ, ਪਿਟਸ ਇੰਡੀਆ ਐਕਟ ਦੇ ਵਿੱਚ ਜਿਹੜੀਆਂ ਕੰਪਨੀ ਦੀਆਂ ਟੈਰੀਟਰੀ ਸੀਗੀ ਨਾ, ਜਿਹੜੀ ਕੰਪਨੀ ਦੀਆਂ ਕੰਪਨੀਜ਼ ਓਨਡ ਟੈਰੀਟਰੀਜ਼, ਇਹਦਾ ਕੀ ਮਤਲਬ ਹੈ ਕਿ ਜਿੰਨੀ ਵੀ ਜਗ੍ਹਾ ਕੰਪਨੀ ਨੇ ਲੜਾਈਆਂ ਲੜ ਕੇ ਆਪਣੇ ਕਬਜ਼ੇ 'ਚ ਕਰੀ ਸੀ, ਜਿੰਨੇ ਵੀ ਰਾਜਿਆਂ ਨਾਲ, ਠੀਕ ਹੈ, ਉਹਨਾਂ ਨੇ ਆਪਣੇ ਕੋਲ ਸੰਧੀਆਂ ਕਰੀਆਂ ਸੀ, ਅਤੇ ਜਿੰਨੇ ਵੀ ਆਪਣੇ ਕੋਲ ਰਾਜ ਭਾਗ ਉਹਨਾਂ ਦਾ ਉਹਨਾਂ ਨੇ ਆਪਣੇ ਅੰਦਰ ਕਰਿਆ ਸੀ ਅੰਗਰੇਜ਼ਾਂ ਨੇ, ਤਾਂ ਉਹ ਸਾਰੀਆਂ ਜਿਹੜੀਆਂ ਈਸਟ ਇੰਡੀਆ ਕੰਪਨੀ ਦੀਆਂ ਟੈਰੀਟਰੀ ਸੀਗੀਆਂ, ਰਾਜ ਭਾਗ ਸੀਗਾ ਜਿੱਥੇ ਉਹ ਰਾਜ ਕਰਦੇ ਸੀ। ਠੀਕ ਹੈ, ਉਹ ਸਾਰਾ ਕਿਹਨਾਂ ਦਾ ਹੈ? ਉਹ ਸਾਰਾ ਕਿਹਨਾਂ ਦਾ ਕਿਹਾ ਉਹਨਾਂ ਨੇ? ਸਾਰੇ ਦੀ ਸਾਰੀ ਕਿਤੇ ਨਾ ਕਿਤੇ ਬ੍ਰਿਟਿਸ਼ ਪੋਜੈਸ਼ਨਸ ਆ ਜੀ। ਉਹ ਇੰਗਲੈਂਡ ਦੀ ਜਿਹੜੀ ਰਾਣੀ ਹੈ ਉਹਨਾਂ ਦੀਆਂ ਪੋਜੈਸ਼ਨਸ ਆ ਜੋ ਸਾਂਭੀ ਬੈਠੀ ਹੈ ਈਸਟ ਇੰਡੀਆ ਕੰਪਨੀ। ਠੀਕ ਹੈ, ਤਾਂ ਇੱਥੋਂ ਕੀ ਆਪਣੇ ਕੋਲ ਕਲੇਮ ਹੋਇਆ? ਉਹ ਇਹ ਕਲੇਮ ਹੋਇਆ ਕਿ ਉਹਨਾਂ ਸਾਰਿਆਂ ਦੀ ਜਿਹੜੀ ਮਲਕੀਅਤ ਆ, ਜਿਹੜੀ ਮਾਲਕੀ ਆ ਉਹਨਾਂ ਸਾਰੀਆਂ ਆਪਣੇ ਕੋਲ ਟੈਰੀਟਰੀਜ਼ ਦੀ, ਉਹ ਕਿਹਦੀ ਆ? ਬ੍ਰਿਟਿਸ਼ ਕਰਾਊਨ ਦੀ ਆ। ਕਿਆ ਮਤਲਬ ਨਿਕਲਿਆ? ਇਹ ਨਿਕਲਿਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਨੇ ਜਿੰਨੀਆਂ ਵੀ ਇੱਥੇ ਟੈਰੀਟਰੀਜ਼ ਐਕਵਾਇਰ ਕੀਤੀਆਂ ਉਹਨਾਂ ਸਾਰਿਆਂ 'ਤੇ ਕੰਟਰੋਲ ਕਿਹਦਾ ਏ? ਬ੍ਰਿਟਿਸ਼ ਕਰਾਊਨ ਦਾ। ਇਹ ਚੀਜ਼ ਕਹੀ ਗਈ ਹੈ ਪਿਟਸ ਇੰਡੀਆ ਐਕਟ ਦੇ ਵਿੱਚ। ਠੀਕ ਹੈ, ਹੋਰ ਕੀ ਕੀਤਾ ਗਿਆ ਇਸ ਐਕਟ ਦੇ ਵਿੱਚ? ਇਹ ਐਕਟ ਦੇ ਆਉਣ ਨਾਲ ਜਿੰਨੀਆਂ ਵੀ ਕੰਪਨੀ ਦੀਆਂ ਐਕਟੀਵਿਟੀ ਸੀਗੀਆਂ, ਮੈਂ ਤੁਹਾਨੂੰ ਦੱਸਿਆ ਸੀ ਕਿ ਕੰਪਨੀ 2 ਤਰ੍ਹਾਂ ਨਾਲ ਕੰਮ ਕਰ ਰਹੀ ਸੀ। ਕੰਪਨੀ ਆਈ ਸੀ ਵਪਾਰ ਕਰਨ ਦੇ ਲਈ, ਕਮਰਸ਼ੀਅਲ ਬਾਡੀ ਸੀਗੀ, ਬਟ ਨਾਲ ਦੀ ਨਾਲ ਉਹ ਪੋਲੀਟੀਕਲ ਬਾਡੀ ਵੀ ਬਣ ਗਈ ਸੀ। ਠੀਕ ਹੈ, ਤਾਂ ਉਹਨਾਂ ਨੇ ਬ੍ਰਿਟਿਸ਼ ਪਾਰਲੀਮੈਂਟ ਨੇ ਕੰਪਨੀ ਦੀਆਂ ਇਹੀ 2 ਐਕਟੀਵਿਟੀਜ਼ ਨੂੰ ਅਲੱਗ-ਅਲੱਗ ਸੁਪਰਵਾਈਜ਼ ਕਰਨਾ ਸ਼ੁਰੂ ਕਰਿਆ। ਉਹਨਾਂ ਨੇ ਕਿਹਾ ਕਿ ਜਿਹੜੀ ਕੰਪਨੀ ਦੇ ਕਮਰਸ਼ੀਅਲ ਅਫੇਅਰ ਆ ਜੀ, ਜਿੰਨਾ ਵੀ ਵਪਾਰ ਨਾਲ ਰਿਲੇਟਡ ਕੰਮ ਹੈ ਉਹ ਸਾਰਾ ਦੇਖੋਗੇ ਕੋਰਟ ਆਫ ਡਾਇਰੈਕਟਰਸ, ਅਲੱਗ ਬਾਡੀ ਦੇਖੂਗੀ। ਠੀਕ ਹੈ, ਤਾਂ ਕੋਰਟ ਆਫ ਡਾਇਰੈਕਟਰਸ ਕੀ ਹੁੰਦੇ ਆ? ਕੰਪਨੀ ਦੇ ਮਾਲਕ। ਠੀਕ ਹੈ, ਜਿਨ੍ਹਾਂ ਨੇ ਕੰਪਨੀ 'ਚ ਪੈਸਾ ਲਾਇਆ ਹੋਇਆ, ਤਾਂ ਕੰਪਨੀ ਦੇ ਜਿੰਨਾ ਵੀ ਵਪਾਰ ਹੈ ਉਹ ਕੰਪਨੀ ਦੇ ਕੋਰਟ ਆਫ ਡਾਇਰੈਕਟਰਸ ਦੇਖਣਗੇ। ਪਰ ਜਿਹੜੀ ਕੰਪਨੀ ਦੇ ਉੱਥੇ ਪੋਲੀਟੀਕਲ ਅਫੇਅਰਸ ਆ, ਜਿਹੜੀ ਉੱਥੇ ਉਹ ਰਾਜ ਕਰ ਰਹੀ ਹੈ, ਠੀਕ ਹੈ, ਜੋ ਵੀ ਉੱਥੇ ਕੰਟਰੋਲ ਕਰ ਰਹੀ ਹੈ, ਮਿਲਟਰੀ ਅਫੇਅਰਸ ਆ ਉਹਦੇ, ਜੋ ਵੀ ਉੱਥੇ ਲਗਾਨ ਉਹ ਲੈ ਰਹੀ ਆ, ਰੈਵਨਿਊ ਅਫੇਅਰਸ ਹੈ, ਉਹ ਸਾਰੇ ਅਫੇਅਰਸ, ਪੋਲੀਟੀਕਲ ਅਫੇਅਰਸ ਦੇਖਣ ਦੇ ਲਈ ਇੱਕ ਅੱਡ ਬਾਡੀ ਬਣਾਈ, ਉਹਨੂੰ ਅਸੀਂ ਬੋਲਦੇ ਹਾਂ ਬੋਰਡ ਆਫ ਕੰਟਰੋਲ। ਇੱਕ ਅਲੱਗ ਬਾਡੀ ਬਣਾਈ ਗਈ ਕੰਪਨੀ ਦੇ ਮਿਲਟਰੀ ਅਤੇ ਰੈਵਨਿਊ ਅਫੇਅਰਸ ਦੇਖਣ ਨੂੰ, ਉਹ ਸੀਗੀ ਬੋਰਡ ਆਫ ਕੰਟਰੋਲ। ਇਹ ਕੀਤਾ ਗਿਆ ਪਿਟਸ ਇੰਡੀਆ ਐਕਟ 1784 ਦੇ ਵਿੱਚ। ਹੁਣ ਗੱਲ ਕਰਦੇ ਹਾਂ ਐਕਟ ਆਫ 1786। ਇਹਦੇ ਵਿੱਚ ਕੀ ਕੀਤਾ ਗਿਆ? ਇਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜਾ ਕਾਰਨਵਾਲਿਸ ਆ ਉਹਨੂੰ ਗਵਰਨਰ ਜਨਰਲ ਬਣਾਇਆ ਗਿਆ ਬੰਗਾਲ ਦਾ। ਪਹਿਲਾਂ ਕੌਣ ਸੀ? ਵਾਰਨ ਹੇਸਟਿੰਗ। ਹੁਣ ਕੌਣ ਬਣਾਇਆ ਗਿਆ? ਕਾਰਨਵਾਲਿਸ। ਜਦੋਂ ਉਹਨੂੰ ਗਵਰਨਰ ਜਨਰਲ ਬਣਾਇਆ ਗਿਆ ਉਹਨੇ 2 ਡਿਮਾਂਡਾਂ ਰੱਖੀਆਂ। ਪਹਿਲੀ ਉਹਨੇ ਗੱਲ ਕੀ ਕੀਤੀ ਕਿ ਇਹਨੂੰ ਓਵਰਰਾਈਡ ਕਰਨ ਦੀ ਪਾਵਰ ਦਿੱਤੀ ਜਾਵੇ। ਆਪਾਂ ਨੇ ਪੜ੍ਹਿਆ ਸੀ ਰੈਗੂਲੇਟਿੰਗ ਐਕਟ 1773 ਦੇ ਵਿੱਚ ਕਿ ਜਿਹੜੀ ਇਹ ਕਾਊਂਸਿਲ ਹੈ, ਇਹ ਕਾਊਂਸਿਲ ਦੇ ਵਿੱਚ 4 ਮੈਂਬਰ ਹੋਣਗੇ ਜੋ ਹੈਲਪ ਕਰਨਗੇ ਗਵਰਨਰ ਜਨਰਲ ਬੰਗਾਲ ਦੀ। ਠੀਕ ਹੈ, ਹੁਣ ਜਿਹੜਾ ਇਹ ਗਵਰਨਰ ਜਨਰਲ ਆਫ ਬੰਗਾਲ ਆ ਇਹਦੀ ਹੈਲਪ ਕਰਨ ਲਈ ਕਾਊਂਸਿਲ ਬਣਾਈ ਸੀ, ਉਹਨੂੰ ਹੀ ਓਵਰਰਾਈਡਿੰਗ ਕਰਨ ਦੀ ਜਿਹੜੀ ਪਾਵਰ ਹੈ ਉਹ ਕਾਰਨਵਾਲਿਸ ਕੋਲ ਹੋਵੇ।
ਠੀਕ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਡਿਸੀਜ਼ਨ ਹੈ ਜਿਹੜਾ ਉਹ ਆਪਣੇ ਕੋਲ 2:2 ਦੀ ਰੇਸ਼ੋ ਵਿੱਚ ਹੋ ਜਾਂਦਾ ਹੈ। 4 ਮੈਂਬਰ ਆਪਾਂ ਗੱਲ ਕਰੀਏ, 2 ਨੇ ਹਾਂ ਕਰਤੀ, 2 ਨੇ ਨਾ ਕਰਤੀ, ਡਿਸੀਜ਼ਨ ਡਰਾ ਹੋ ਗਿਆ, ਡਿਸੀਜ਼ਨ ਲੈ ਹੀ ਨਹੀਂ ਸਕਦੇ। ਤਾਂ ਉਸ ਟਾਈਮ ਉੱਥੇ ਕਾਰਨਵਾਲਿਸ ਨੇ ਕਿਹਾ ਕਿ ਮੇਰੇ ਕੋਲ ਪਾਵਰ ਹੋਣੀ ਚਾਹੀਦੀ ਹੈ ਕਿ ਫਿਰ ਉੱਥੇ ਮੈਂ ਆਪਣੀ ਮਰਜ਼ੀ ਕਰ ਸਕਦਾ। ਤਾਂ ਉਹਨੂੰ ਅਸੀਂ ਬੋਲਦੇ ਹਾਂ ਓਵਰ ਰਾਈਡਿੰਗ ਪਾਵਰ। ਜੇ ਇਹਨੂੰ ਕਾਉਂਸਿਲ ਦਾ ਡਿਸੀਜ਼ਨ ਪਸੰਦ ਨਹੀਂ ਆਇਆ ਤਾਂ ਇਹ ਆਪਣੀ ਮਰਜ਼ੀ ਕਰ ਸਕਦਾ। ਇੱਦਾਂ ਦੇ ਨੇ ਆਪਣੇ ਕੋਲ ਡਿਮਾਂਡ ਰੱਖੀ ਔਰ ਉਹਨੇ ਕਿਹਾ ਕਿ ਮੈਨੂੰ ਕਮਾਂਡਰ ਇਨ ਚੀਫ ਬਣਾ ਦਿਓ। ਆਪਾਂ ਨੇ ਦੇਖਿਆ ਹੈ ਹਿਸਟਰੀ ਦੇ ਵਿੱਚ ਜਿਹੜੀ ਆਪਣੇ ਕੋਲ ਬੈਟਲ ਹੋਈ ਸੀ, ਬੈਟਲ ਆਫ ਪਲਾਸੀ 1757 ਦੇ ਵਿੱਚ, ਉਹ ਰੋਬਰਟ ਕਲਾਈਵ ਨੇ ਲੜੀ ਸੀ, ਠੀਕ ਹੈ। ਤਾਂ ਉਹਦੇ ਵਿੱਚ ਇਹ ਜਿੱਤੇ ਸੀ। ਤਾਂ ਇੱਦਾਂ ਹੀ ਇਹਨੇ ਬਹੁਤ ਸਾਰੀਆਂ ਬੈਟਲਸ ਦੇ ਵਿੱਚ ਪਾਰਟੀਸਪੇਟ ਕਰੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਆਰਮੀ ਦਾ ਜੀ ਕਮਾਂਡਰ ਇਨ ਚੀਫ ਬਣਾਇਆ ਜਾਵੇ, ਠੀਕ ਹੈ। ਤਾਂ ਇਸ ਕਰਕੇ 1786 ਦਾ ਜਿਹੜਾ ਐਕਟ ਆਇਆ ਸੀ ਉਹਦੇ ਵਿੱਚ ਇਹ ਦੋਨੋਂ ਪ੍ਰੋਵੀਜ਼ਨਸ ਲਿਆਂਦੀਆਂ ਗਈਆਂ ਸੀ ਔਰ ਕਾਰਨਵਾਲਿਸ ਨੂੰ ਗਵਰਨਰ ਜਨਰਲ ਬਣਾਇਆ ਗਿਆ ਬੰਗਾਲ ਦਾ। ਫਿਰ ਆਉਂਦਾ ਚਾਰਟਰ ਐਕਟ ਆਫ 1793। ਹੁਣ ਇਹ ਚਾਰਟਰ ਐਕਟ ਕੀ ਹੈ? ਦੇਖੋ, ਪਹਿਲਾਂ ਚਾਰਟਰ ਐਕਟ 1793 ਪੜ੍ਹਨ ਤੋਂ ਪਹਿਲਾਂ ਆਪਾਂ ਦੇਖਦੇ ਵੀ ਚਾਰਟਰ ਦਾ ਮਤਲਬ ਕੀ ਸੀ। ਮੈਂ ਤੁਹਾਨੂੰ ਦੱਸਿਆ ਸੀ 1600 ਦੇ ਵਿੱਚ ਕਿ ਇਹ ਕੁਈਨ ਐਲਿਜ਼ਾਬੈਥ ਚਾਰਟਰ ਲਿਖਵਾ ਕੇ ਲੈ ਕੇ ਆਈ ਸੀ ਈਸਟ ਇੰਡੀਆ ਕੰਪਨੀ, ਠੀਕ ਹੈ। ਹੁਣ ਉਹ ਸੀਗਾ ਸਿਰਫ 20 ਸਾਲਾਂ ਦੇ ਲਈ। ਇਹਦਾ ਮਤਲਬ ਅਗਰ ਇਹਨਾਂ ਨੇ 20 ਸਾਲ ਤੋਂ ਹੋਰ ਇੱਥੇ ਵਪਾਰ ਕਰਨਾ ਇੰਡੀਆ ਦੇ ਵਿੱਚ ਆ ਕੇ, ਠੀਕ ਹੈ, ਤਾਂ ਇਹਨਾਂ ਨੂੰ ਦੁਬਾਰਾ ਚਾਰਟਰ ਜਿਹੜਾ ਉਹ ਰੀਨਿਊ ਕਰਾਉਣਾ ਪਊਗਾ। ਅਗਲੇ 20 ਸਾਲਾਂ ਬਾਅਦ ਫਿਰ ਇਹਨੂੰ ਰੀਨਿਊ ਕਰਾਉਣਾ ਪਊਗਾ। ਤਾਂ ਹਰ ਵਾਰ ਜਦੋਂ ਇਹ ਉੱਥੋਂ ਦੀ ਰਾਣੀ ਤੋਂ ਜਿਹੜਾ ਚਾਰਟਰ ਐਕਟ ਸੀਗਾ ਉਹਨੂੰ ਰੀਨਿਊ ਕਰਵਾਉਂਦੇ ਸੀ, ਤਾਂ ਜਦੋਂ ਚਾਰਟਰ ਨੂੰ ਰੀਨਿਊ ਕਰਵਾਉਂਦੇ ਸੀ ਔਰ ਉਸ ਟਾਈਮ 'ਤੇ ਜਿਹੜਾ ਐਕਟ ਆਉਂਦਾ ਸੀ ਉਹਨੂੰ ਬੋਲਦੇ ਸੀ ਚਾਰਟਰ ਐਕਟ, ਠੀਕ ਹੈ। ਤਾਂ ਇਸ ਕਰਕੇ ਜਿਹੜਾ ਚਾਰਟਰ ਐਕਟ ਆਇਆ ਹਰ 20 ਸਾਲ ਬਾਅਦ ਆਉਂਦੇ ਰਹੇ ਆ। ਔਰ ਜਿਹੜਾ ਇਹ ਚਾਰਟਰ ਐਕਟ ਆ ਇਹ ਆਇਆ ਸੀ 1793 ਦੇ ਵਿੱਚ। ਇਹਦੇ ਵਿੱਚ ਕੀ ਕੀਤਾ ਗਿਆ, ਮੈਂ ਹੁਣ ਦੱਸਿਆ ਆਪਣੇ ਕੋਲ ਕਿ ਜਿਹੜੀ ਓਵਰ ਰਾਈਡਿੰਗ ਪਾਵਰ ਸੀ ਦਿੱਤੀ ਗਈ ਸੀ ਕਾਰਨਵਾਲਿਸ ਨੂੰ, ਉਹ ਸਿਰਫ ਦਿੱਤੀ ਗਈ ਸੀ ਉਸ ਟਾਈਮ 'ਤੇ ਕਾਰਨਵਾਲਿਸ ਨੂੰ। ਬਟ ਹੁਣ ਇਸ ਐਕਟ ਦੇ ਵਿੱਚ ਉਹ ਓਵਰ ਰਾਈਡਿੰਗ ਪਾਵਰ ਹਰ ਗਵਰਨਰ ਜਨਰਲ ਦਿੱਤੀ ਕਿ ਜਿੰਨੇ ਵੀ ਫਿਊਚਰ ਦੇ ਗਵਰਨਰ ਜਨਰਲ ਹੋਣਗੇ ਜਾਂ ਗਵਰਨਰ ਹੋਣਗੇ ਪ੍ਰੈਜ਼ੀਡੈਂਸੀਜ਼ ਦੇ, ਇਹ ਸਾਰਿਆਂ ਕੋਲ ਪਾਵਰ ਹੋਊਗੀ ਕਿ ਉਹ ਆਪਣੀ ਕਾਉਂਸਿਲ ਨੂੰ ਓਵਰ ਰਾਈਡ ਕਰ ਸਕਦੇ ਆ। ਉਹ ਜਿੰਨੇ ਵੀ ਉਹਦੇ ਦੀ ਜਿਹੜੀ ਕਾਉਂਸਿਲ ਆ ਉਹ ਡਿਸੀਜ਼ਨ ਲਊਗੀ, ਠੀਕ ਹੈ। ਅਗਰ ਉਹਨਾਂ ਦੇ ਵਿੱਚ ਉਹਨਾਂ ਨੂੰ ਕੁਛ ਨਹੀਂ ਚੀਜ਼ ਪਸੰਦ ਆਈ ਜਾਂ ਆਪਣੇ ਕੋਲ ਕੋਈ ਸਪੈਸ਼ਲ ਕੇਸ ਆ ਤਾਂ ਉਹ ਉਹਨਾਂ ਦੇ ਡਿਸੀਜ਼ਨ ਨੂੰ ਓਵਰ ਰਾਈਡ ਕਰ ਸਕਦੇ ਆ। ਚਾਹੇ ਕਾਉਂਸਿਲ ਦੀ ਜਿਹੜੀ ਆਪਣੇ ਕੋਲ ਡਿਸੀਜ਼ਨ ਉਹ ਮੈਜੋਰਿਟੀ ਡਿਸੀਜ਼ਨ ਹੋਇਆ, ਚਾਹੇ ਸਾਰਿਆਂ ਨੇ ਆਪਣੇ ਕੋਲ ਕੋਈ ਡਿਸੀਜ਼ਨ ਲੈ ਲਿਆ, ਪਰ ਉਹ ਡਿਸੀਜ਼ਨ ਮੰਨੇ ਨਾ ਮੰਨੇ, ਉਹ ਆਪਣੇ ਕੋਲ ਗਵਰਨਰ ਜਨਰਲ ਉਸ ਡਿਸੀਜ਼ਨ ਨੂੰ ਨਾ ਵੀ ਕਰ ਸਕਦਾ ਹੈ, ਠੀਕ ਹੈ। ਇੱਦਾਂ ਦੀ ਆਪਣੇ ਕੋਲ ਗੱਲ ਹੋਈ। ਉਸ ਤੋਂ ਬਾਅਦ ਜਿਹੜਾ ਗਵਰਨਰ ਜਨਰਲ ਸੀ ਉਹਨੂੰ ਜ਼ਿਆਦਾ ਪਾਵਰ ਦਿੱਤੀਆਂ ਗਈਆਂ, ਠੀਕ ਹੈ। ਆਪਾਂ ਨੇ ਗੱਲ ਕੀਤੀ ਸੀ ਕਿ 3 ਪ੍ਰੈਜ਼ੀਡੈਂਸੀ ਸੀ ਉਸ ਟਾਈਮ 'ਤੇ, ਬੰਗਾਲ, ਬੰਬੇ ਐਂਡ ਮਦਰਾਸ। ਬੰਬੇ ਅਤੇ ਮਦਰਾਸ ਨੂੰ ਬੰਗਾਲ ਦੇ ਅੰਦਰ ਕਰ ਦਿੱਤਾ ਗਿਆ ਅਤੇ ਹੋਰ ਜ਼ਿਆਦਾ ਪਾਵਰ ਜਿਹੜੀਆਂ ਬੰਬੇ ਅਤੇ ਮਦਰਾਸ ਤੋਂ ਲੈ ਕੇ ਗਵਰਨਰ ਜਨਰਲ ਆਫ ਬੰਗਾਲ ਨੂੰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਜਿਹੜੀ ਕੰਪਨੀ ਦੀ ਮੋਨੋਪੋਲੀ ਸੀ ਵਪਾਰ ਕਰਨ ਦੀ, ਉਹਨੂੰ ਹੋਰ 20 ਸਾਲਾਂ ਲਈ ਐਕਸਟੈਂਡ ਕੀਤਾ ਗਿਆ। ਮੈਂ ਤੁਹਾਨੂੰ ਦੱਸਿਆ ਨਾ ਚਾਰਟਰ ਐਕਟ ਕਿਉਂ ਆਏ ਆ। ਜਿਹੜੇ ਚਾਰਟਰ ਸੀਗੇ ਉਹਨੂੰ ਇਹ ਹਰ 20 ਸਾਲ ਬਾਅਦ ਜਾਂਦੇ ਸੀ ਔਰ ਉਹਨੂੰ ਰੀਨਿਊ ਕਰਵਾਉਂਦੇ ਸੀ। ਤਾਂ ਇਹ ਵੀ ਆਪਣੇ ਕੋਲ ਚਾਰਟਰ ਐਕਟ ਦੇ ਵਿੱਚ ਕੀ ਕੀਤਾ ਸੀ, ਜਿਹੜੇ ਕੰਪਨੀ ਦੀ ਵਪਾਰ ਕਰਨ ਦੀ ਮੋਨੋਪੋਲੀ ਸੀ। ਮੋਨੋਪੋਲੀ ਦਾ ਮਤਲਬ ਸਿਰਫ ਔਰ ਸਿਰਫ ਇਹਨਾਂ ਕੋਲੇ ਅਧਿਕਾਰ ਹੈ, ਉੱਥੇ ਜਾ ਕੇ ਇਹਨਾਂ ਕੋਲੇ ਏਕਾਧਿਕਾਰ ਹੈ ਇੰਡੀਆ ਵਿੱਚ ਜਾ ਕੇ ਟਰੇਡ ਕਰਨ ਦਾ, ਵਪਾਰ ਕਰਨ ਦਾ। ਉਸ ਏਕਾਧਿਕਾਰ ਨੂੰ ਇਹ ਹਰ 20 ਸਾਲ ਬਾਅਦ ਰੀਨਿਊ ਕਰਵਾ ਲੈਂਦੇ ਸੀ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਿਹੜਾ ਕਮਾਂਡਰ ਇਨ ਚੀਫ ਹੈ ਉਹ ਮੈਂਬਰ ਨਹੀਂ ਹੈਗਾ ਗਵਰਨਰ ਜਨਰਲ ਦੀ ਕਾਉਂਸਿਲ ਦਾ, ਠੀਕ ਹੈ। ਮਤਲਬ ਜਦ ਤੱਕ ਉਹਨੂੰ ਅਪਾਇੰਟ ਨਹੀਂ ਕੀਤਾ ਜਾਊਗਾ, ਮੈਂਬਰ ਨਹੀਂ ਬਣਾਇਆ ਜਾਊਗਾ, ਉਦੋਂ ਤੱਕ ਉਹ ਮੈਂਬਰ ਨਹੀਂ ਹੋਊਗਾ ਗਵਰਨਰ ਜਨਰਲ ਦੀ ਜਿਹੜੀ ਆਪਣੇ ਕੋਲ ਕਾਉਂਸਿਲ ਆ ਉਹਦਾ। ਉਸ ਤੋਂ ਹੋਰ ਹੀ ਐਕਟ ਵਿੱਚ ਕੀ ਕਿਹਾ ਗਿਆ, ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਬੋਰਡ ਆਫ ਕੰਟਰੋਲ ਬੋਡੀ ਬਣਾਈ ਗਈ ਹੈ। ਆਪਾਂ ਪਿਟਸ ਇੰਡੀਆ ਐਕਟ ਵਿੱਚ ਦੇਖਿਆ ਕਿ 2 ਬੋਡੀਜ਼ ਸੀਗੀਆਂ, ਠੀਕ ਹੈ। ਆਪਾਂ ਪਿਟਸ ਇੰਡੀਆ ਐਕਟ ਵਿੱਚ ਦੇਖਿਆ ਕਿ ਕੰਪਨੀ ਦੀਆਂ ਜਿੰਨੀਆਂ ਵੀ ਐਕਟੀਵਿਟੀਜ਼ ਹਨ 2 ਏਰੀਆਸ 'ਚ ਵੰਡਿਆ ਗਿਆ, ਠੀਕ ਹੈ, ਕਮਰਸ਼ੀਅਲ ਐਂਡ ਪੋਲੀਟੀਕਲ। ਕਮਰਸ਼ੀਅਲ ਈਸਟ ਇੰਡੀਆ ਕੰਪਨੀ ਦੇ ਕਮਰਸ਼ੀਅਲ ਅਫੇਅਰ ਨੂੰ ਦੇਖਣ ਦੇ ਲਈ ਤਾਂ ਸੀਗੇ ਕੋਰਟ ਆਫ ਡਾਇਰੈਕਟਰਸ, ਠੀਕ ਹੈ। ਔਰ ਜਿਹੜੀ ਆਪਣੇ ਕੋਲ ਪੋਲੀਟੀਕਲ ਅਫੇਅਰ ਸੀਗੇ ਉਹਦੇ ਲਈ ਬਣਾਈ ਗਈ ਸੀ ਬੋਰਡ ਆਫ ਕੰਟਰੋਲ। ਹੁਣ ਜਿਹੜਾ ਬੋਰਡ ਆਫ ਕੰਟਰੋਲ ਬਣਾਇਆ ਉਹਦੇ ਜਿਹੜੇ ਮੈਂਬਰਸ ਆਏ ਆ ਉਹਨਾਂ ਦੀਆਂ ਸੈਲਰੀਜ਼ ਇੰਡੀਆ ਦੀ ਰੈਵਨਿਊਜ਼ ਵਿੱਚੋਂ ਹੀ ਦਈਆਂ ਜਾਣਗੀਆਂ, ਬਾਹਰੋਂ ਉਹਨਾਂ ਨੂੰ ਤਨਖਾਹਾਂ ਨਹੀਂ ਆਉਣਗੀਆਂ। ਉਹਨਾਂ ਨੂੰ ਇੰਡੀਆ ਦੇ ਵਿੱਚੋਂ ਜਿਹੜੀ ਇਹਨਾਂ ਨੂੰ ਈਸਟ ਇੰਡੀਆ ਕੰਪਨੀ ਨੂੰ ਰੈਵਨਿਊ ਇਹ ਕਲੈਕਟ ਕਰਦੇ ਆ ਦੀਵਾਨੀ ਰਾਈਟ ਦੇ ਥਰੂ, ਜਿਹਨੂੰ ਰਾਈਟ ਦਿੱਤੇ ਸੀ ਨਾ ਰੈਵਨਿਊ ਕਲੈਕਟ ਕਰਨ ਦੇ, ਉਹ ਰੈਵਨਿਊ ਦੇ ਵਿੱਚੋਂ ਹੀ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣਗੀਆਂ ਬੋਰਡ ਆਫ ਕੰਟਰੋਲ ਦੇ ਸਟਾਫ ਨੂੰ। ਇਹ ਚੀਜ਼ ਚਾਰਟਰ ਐਕਟ 1793 ਵਿੱਚ ਕਹੀ ਗਈ। ਫਿਰ ਗੱਲ ਆਉਂਦੀ ਹੈ ਚਾਰਟਰ ਐਕਟ 1813। ਫਿਰ 20 ਸਾਲਾਂ ਬਾਅਦ ਇੱਕ ਐਕਟ ਆਉਂਦਾ ਚਾਰਟਰ ਐਕਟ 1813। ਇਹ ਐਕਟ ਕਿਉਂ ਇੰਪੋਰਟੈਂਟ ਆ? ਇਹ ਐਕਟ ਇਸ ਲਈ ਇੰਪੋਰਟੈਂਟ ਆ, ਜਿਹੜਾ ਕੰਪਨੀ ਦਾ ਰੂਲ ਸੀ ਉਹਨੂੰ ਹੋਰ ਐਕਸਟੈਂਡ ਕੀਤਾ ਗਿਆ 20 ਸਾਲ ਲਈ, ਉਹ ਸਾਨੂੰ ਪਤਾ ਹੀ ਹੈ। ਔਰ ਜਿਹੜੀ ਕੰਪਨੀ ਦੀ ਮੋਨੋਪੋਲੀ ਸੀ ਟਰੇਡ ਦੀ, ਠੀਕ ਹੈ, ਉਹਨੂੰ ਐਂਡ ਕਰਤਾ। ਇਹ ਇਸ ਲਈ ਤਾਂ ਇਹ ਜਿਹੜਾ ਐਕਟ ਆ ਉਹ ਤਾਂ ਇੰਪੋਰਟੈਂਟ ਆ ਕਿ ਕੰਪਨੀ ਦੀ ਜਿਹੜੀ ਮੋਨੋਪੋਲੀ ਆ ਉਹਨੂੰ ਐਂਡ ਕਰਤਾ। ਧਿਆਨ ਨਾਲ ਸੁਣਿਓ, ਕੰਪਨੀ ਦੀ ਜਿਹੜੀ ਵਪਾਰ ਕਰਨ ਦਾ ਇੱਕ ਅਧਿਕਾਰ ਸੀ ਇੰਡੀਆ ਦੇ ਵਿੱਚ ਉਹਨੂੰ ਸਾਰੇ ਨੂੰ ਖਤਮ ਨਹੀਂ ਕੀਤਾ ਗਿਆ। ਸਿਰਫ ਔਰ ਸਿਰਫ ਹੁਣ ਕੰਪਨੀ ਕੋਲ ਅਧਿਕਾਰ ਰਹਿ ਗਿਆ ਸੀ ਚਾਹ 'ਚ ਟਰੇਡ ਕਰਨ ਦਾ। ਇਹਦਾ ਮਤਲਬ ਸਿਰਫ ਈਸਟ ਇੰਡੀਆ ਕੰਪਨੀ ਸੀਗੀ ਉਹ ਚਾਹ 'ਚ ਟਰੇਡ ਕਰ ਸਕਦੀ ਆ ਅਤੇ ਚਾਈਨਾ ਨਾਲ ਟਰੇਡ ਕਰ ਸਕਦੀ ਆ। ਇਹਨਾਂ 2 ਗੱਲਾਂ ਤੋਂ ਇਲਾਵਾ ਜਿੰਨੇ ਵੀ ਆਪਣੇ ਏਰੀਆ ਸੀ ਉੱਥੇ ਹੋਰ ਇੰਗਲੈਂਡ ਤੋਂ ਕੰਪਨੀਜ਼ ਆ ਕੇ ਵਪਾਰ ਕਰ ਸਕਦੀਆਂ।
ਕੰਪਨੀ ਦਾ ਏਕਾਧਿਕਾਰ ਕਿਹਨਾਂ-ਕਿਹਨਾਂ 'ਚ ਖ਼ਤਮ ਕੀਤਾ? ਸਾਰਾ ਏਕਾਧਿਕਾਰ ਨਹੀਂ ਖ਼ਤਮ ਕੀਤਾ। ਉਹਨਾਂ ਕੋਲ ਸਿਰਫ ਮੋਨੋਪਲੀ ਰਹਿ ਗਈ ਸੀ ਚਾਹ 'ਚ ਟਰੇਡ ਕਰਨ ਦੀ ਅਤੇ ਚਾਈਨਾ ਨਾਲ ਟਰੇਡ ਕਰਨ ਦੀ। ਬਾਕੀ ਸਾਰੇ ਜਿਹੜੇ ਏਰੀਆ ਸੀ ਉਹ ਖੋਲ੍ਹਤੇ ਸੀਗੇ ਬਾਕੀ ਕੰਪਨੀਜ਼ ਲਈ ਕਿ ਉਹ ਇੰਡੀਆ ਵਿੱਚ ਜਾ ਕੇ ਕੀ ਕਰ ਸਕਦੀਆਂ, ਵਪਾਰ ਕਰ ਸਕਦੀਆਂ। ਹੁਣ ਜਿਹੜੀ ਇਹ ਚਾਹ 'ਚ ਮੋਨੋਪਲੀ ਹੈ ਅਤੇ ਚਾਈਨਾ ਦੇ ਨਾਲ ਟਰੇਡ ਕਰਨ ਦੀ ਮੋਨੋਪਲੀ ਹੈ, ਇਹਨੂੰ ਵੀ ਖ਼ਤਮ ਕੀਤਾ ਗਿਆ 1833 ਵਾਲੇ ਐਕਟ ਵਿੱਚ, ਜੋ ਆਪਾਂ ਅੱਗੇ ਪੜ੍ਹੂਗੇ। ਠੀਕ ਹੈ, ਇਹ ਆਪਣੇ ਕੋਲ ਗੱਲ ਧਿਆਨ ਨਾਲ ਰੱਖਿਓ, ਇੰਪੋਰਟੈਂਟ ਕੁਐਸਚਨ ਬਣ ਜਾਇਆ ਕਰਦਾ ਪੇਪਰ ਦੇ ਵਿੱਚ। ਹੋਰ ਇਹ ਐਕਟ ਵਿੱਚ ਕੀ ਕੀਤਾ ਗਿਆ? ਇਹ ਐਕਟ ਦੇ ਵਿੱਚ ਪਰਮਿਟ ਕੀਤਾ ਗਿਆ, ਅਲਾਓ ਕੀਤਾ ਗਿਆ ਜਿੰਨੀਆਂ ਵੀ ਉਸ ਟਾਈਮ 'ਤੇ ਕ੍ਰਿਸਚਨ ਮਿਸ਼ਨਰੀ ਸੀਗੀਆਂ ਕਿ ਉਹ ਕ੍ਰਿਸਟੈਨਿਟੀ ਦਾ ਜਿਹੜਾ ਧਰਮ ਹੈ ਉਹਨੂੰ ਇੱਥੇ ਆ ਕੇ ਪ੍ਰੋਪੇਗੇਟ ਕਰ ਸਕਦੀਆਂ, ਲੋਕਾਂ ਦੇ ਵਿੱਚ ਸਪਰੈਡ ਕਰ ਸਕਦੀਆਂ। ਇਹ ਕ੍ਰਿਸਚਨ ਮਿਸ਼ਨਰੀਜ਼ ਨੂੰ ਅਲਾਓ ਕੀਤਾ ਗਿਆ ਸੀ। ਫਿਰ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੇ 1 ਲੱਖ ਰੁਪਏ ਖਰਚ ਕਰਨੇ ਆ ਇੰਡੀਅਨ ਐਜੂਕੇਸ਼ਨ ਦੇ ਉੱਤੇ, ਤਾਂ ਕਿ ਜਿਹੜਾ ਇੰਡੀਅਨ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਵੈਸਟਰਨ ਐਜੂਕੇਸ਼ਨ ਲੈ ਕੇ ਆਈ ਜਾਵੇ। ਜਿਹੜੇ ਵੈਸਟਰਨ ਥਾਟਸ ਹੈ, ਵੈਸਟਰਨ ਪ੍ਰੈਕਟਿਸਿਸ ਹੈ, ਉਹਨਾਂ ਨੂੰ ਲਿਆ ਕੇ ਇੰਡੀਆ ਵਿੱਚ ਪੜ੍ਹਾਇਆ ਜਾਵੇ। ਦੱਸਿਆ ਕਿ ਇੰਡੀਅਨਸ ਨੂੰ ਲਾਅ ਕਰਨਾ ਸ਼ੁਰੂ ਕਰਤਾ ਸੀ ਕੰਪਨੀ ਦੀ ਸਰਵਿਸ ਦੇ ਲਈ। ਇਹਦਾ ਮਤਲਬ ਈਸਟ ਇੰਡੀਆ ਕੰਪਨੀ 'ਚ ਜਿਹੜੇ ਕੰਮ ਕਰਨਗੇ ਲੋਕ, ਉਹ ਇੰਡੀਅਨਸ ਵੀ ਹੋ ਸਕਦੇ ਆ ਹੁਣ। ਠੀਕ ਹੈ, ਇਹ ਆਪਣੇ ਕੋਲ ਪ੍ਰੋਵੀਜ਼ਨ ਆਈ ਸੀ ਚਾਰਟਰ ਐਕਟ 1813 ਦੇ ਵਿੱਚ। ਹੁਣ ਉਹਨਾਂ ਨੇ ਇੰਡੀਅਨਸ ਨੂੰ ਕਿਉਂ ਅਪੁਆਇੰਟ ਕਰਨਾ ਸ਼ੁਰੂ ਕਰਤਾ, ਇਹ ਵੀ ਸੋਚਣ ਦੀ ਗੱਲ ਆ, ਹੈ ਨਾ। ਮੈਂ ਤੁਹਾਨੂੰ ਦੱਸਦੀ ਹਾਂ, ਈਸਟ ਇੰਡੀਆ ਕੰਪਨੀ ਹੈ ਜਿਹੜੀ, ਉੱਥੇ ਕੰਮ ਕਰਨ ਦੇ ਲਈ ਜਿਹੜੇ ਯੂਰਪੀਅਨ ਸੀ ਉਹ ਅਗਰ ਬਾਹਰੋਂ ਆਉਂਦੇ ਸੀ ਇੰਡੀਆ ਦੇ ਵਿੱਚ, ਉਹ ਜ਼ਿਆਦਾ ਸੈਲਰੀਜ਼ ਮੰਗਦੇ ਸੀ। ਜਿਹੜੇ ਇੰਡੀਅਨਸ ਈਸਟ ਇੰਡੀਆ ਕੰਪਨੀ 'ਚ ਕੰਮ ਕਰਨ ਲਈ ਤਿਆਰ ਸੀ, ਉਹ ਘੱਟ ਸੈਲਰੀ 'ਤੇ ਵੀ ਕੰਮ ਕਰਨ ਲਈ ਤਿਆਰ ਸੀ। ਇਹ ਮੇਨ ਡਿਫਰੈਂਸ ਸੀ। ਯੂਰਪੀਅਨਸ ਜਿਹੜੇ ਬਾਹਰੋਂ ਆਉਂਦੇ ਸੀ ਈਸਟ ਇੰਡੀਆ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ, ਇੰਡੀਆ ਦੇ ਵਿੱਚ ਉਹ ਜ਼ਿਆਦਾ ਸੈਲਰੀਜ਼ ਮੰਗਦੇ ਸੀ। ਇੰਡੀਅਨਸ ਘੱਟ ਸੈਲਰੀਜ਼ ਉੱਤੇ ਕੰਮ ਕਰਨ ਲਈ ਤਿਆਰ ਸੀ। ਇਸ ਲਈ ਜਿਹੜੀ ਈਸਟ ਇੰਡੀਆ ਕੰਪਨੀ ਆ ਉਹਨੂੰ ਵਰਕਰਸ ਦੀ ਲੋੜ ਸੀ, ਕਿਉਂਕਿ ਉਹਦੇ ਆਪਰੇਸ਼ਨਸ ਵੱਧਦੇ ਜਾ ਰਹੇ ਸੀ, ਉਹਨੂੰ ਵਰਕਰਸ ਦੀ ਲੋੜ ਸੀ। ਉਹ ਵਰਕਰਸ ਦੀ ਨੀਡ ਅਗਰ ਯੂਰਪੀਅਨਸ ਨਹੀਂ ਇੱਥੇ ਆ ਰਹੇ ਤਾਂ ਜਿਹੜੇ ਇੰਡੀਅਨਸ ਆ ਉਹ ਫੁੱਲਫਿਲ ਕਰ ਦੇਣਗੇ। ਔਰ ਸੈਕਿੰਡ ਕੀ ਸੀ ਕਿ ਜਿਹੜਾ ਇੱਥੇ ਦਾ ਇੰਡੀਆ ਦਾ ਵੈਦਰ ਸੀ ਨਾ, ਉਹ ਹਾਰਸ਼ ਸੀ। ਯੂਰਪੀਅਨਸ ਰਹਿੰਦੇ ਆ ਜੀ ਠੰਡੇ ਇਲਾਕੇ ਦੇ ਵਿੱਚ, ਉਹਨਾਂ ਨੂੰ ਇੰਡੀਆ ਦੇ ਵਿੱਚ ਆ ਕੇ ਰਹਿਣਾ ਔਖਾ ਲੱਗਦਾ ਸੀ। ਉਹ ਇੰਡੀਆ ਦੀ ਇੰਨੀ ਜਿਹੜੀ ਜ਼ਿਆਦਾ ਗਰਮੀ ਆ ਉਹ ਝੱਲ ਨਹੀਂ ਸੀ ਸਕਦੇ। ਇਸ ਕਰਕੇ ਜਿਹੜੇ ਇੰਡੀਅਨਸ ਆ ਉਹ ਹੀ ਪ੍ਰੈਫਰ ਕੀਤੇ ਗਏ ਈਸਟ ਇੰਡੀਆ ਕੰਪਨੀ ਦੇ ਵਿੱਚ ਕੰਮ ਕਰਨ ਨੂੰ। ਠੀਕ ਹੈ, ਇਸ ਕਰਕੇ ਇੰਡੀਆ ਨੂੰ ਅਲਾਓ ਕੀਤਾ ਗਿਆ ਕਿ ਤੁਸੀਂ ਆ ਕੇ ਈਸਟ ਇੰਡੀਆ ਕੰਪਨੀ ਵਿੱਚ ਕੰਮ ਕਰ ਸਕਦੇ ਆ। ਔਰ ਹੋਰ ਵਰਕ ਫੋਰਸ ਤਿਆਰ ਕਰਨ ਦੇ ਲਈ ਵੈਸਟਰਨ ਐਜੂਕੇਸ਼ਨ ਜਿਹੜੀ ਇੰਡੀਅਨ ਸਕੂਲਸ ਦੀ ਦਿੱਤੀ ਜਾਣ ਲੱਗੀ। ਉਹ ਇਹੀ ਰੀਜ਼ਨ ਸੀ, ਕਿਉਂਕਿ ਈਸਟ ਇੰਡੀਆ ਕੰਪਨੀ 'ਚ ਕੰਮ ਕਰਨ ਸਾਨੂੰ ਇੰਪਲੋਈਜ਼ ਚਾਹੀਦੇ ਸੀ, ਔਰ ਉਹ ਵੀ ਪੜ੍ਹੇ ਲਿਖੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੋਵੇ। ਇਸ ਕਰਕੇ ਵੈਸਟਰਨ ਐਜੂਕੇਸ਼ਨ ਵੀ ਲੈ ਕੇ ਆਂਦੀ ਗਈ ਸੀ, ਉਹ ਮੈਂ ਤੁਹਾਨੂੰ ਦੱਸਿਆ ਹੈ। ਅਗਲਾ ਹੁਣ ਗੱਲ ਕਰਦੇ ਹਾਂ, ਅਗਲਾ ਐਕਟ ਹੈਗਾ ਹੈ ਚਾਰਟਰ ਐਕਟ 1833 ਦਾ। ਇਹਦੇ ਵਿੱਚ ਕੰਪਲੀਟ ਸੈਂਟਰਲਾਈਜੇਸ਼ਨ ਕੀਤੀ ਗਈ। ਰੈਗੂਲੇਟਿੰਗ ਐਕਟ 1773 ਦੇ ਵਿੱਚ ਅਸੀਂ ਦੇਖਿਆ ਕਿ ਸੈਂਟਰਲਾਈਜੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਠੀਕ ਹੈ, ਕੇਂਦਰੀਕਰਨ ਦੀ ਸਟਾਰਟ ਕੀਤੀ ਗਈ ਸੀ। ਇਹਦਾ ਮਤਲਬ ਕੀ ਸੀ ਕਿ ਜਿੰਨੇ ਵੀ ਏਰੀਆ ਸੀ ਉਹਨਾਂ ਨੂੰ ਇੱਕ ਸੈਂਟਰ ਦੇ ਅੰਦਰ ਲੈ ਕੇ ਆਂਦਾ ਗਿਆ, ਔਰ ਉਹ ਸੈਂਟਰ ਕੀ ਸੀਗਾ? ਬੰਗਾਲ। ਬੰਗਾਲ ਦੇ ਅੰਦਰ ਮਤਲਬ ਸਾਰੇ ਇੰਡੀਆ ਨੂੰ ਉਸ ਟਾਈਮ 'ਤੇ ਜਿਹੜਾ ਕੰਟਰੋਲ ਕੀਤਾ ਜਾਂਦਾ ਸੀ ਉਹ ਗਵਰਨਰ ਜਨਰਲ ਆਫ ਬੰਗਾਲ ਕਰਦਾ ਸੀ। ਠੀਕ ਹੈ, ਜਦੋਂ 1833 ਦਾ ਐਕਟ ਆਇਆ, 1833 ਦੀ ਐਕਟ ਵਿੱਚ ਕੰਪਲੀਟ ਸੈਂਟਰਲਾਈਜੇਸ਼ਨ ਕਰਤੀ। ਇਹਦਾ ਮਤਲਬ ਜਿਹੜੀਆਂ ਇਹ ਦੋ ਬੋਡੀਜ਼ ਦੀ ਆਪਾਂ ਗੱਲ ਕਰਦੇ ਹਾਂ, ਬੰਬੇ ਐਂਡ ਮਦਰਾਸ, ਉਹਨਾਂ ਦੀਆਂ ਪਹਿਲਾਂ ਐਗਜ਼ੈਕਟਿਵ ਪਾਵਰਸ ਲਈਆਂ ਗਈਆਂ ਸੀ, ਹੁਣ ਉਹਨਾਂ ਦੀ ਲੈਜਿਸਲੇਟਿਵ ਪਾਵਰਸ ਵੀ ਲੈ ਲਈਆਂ ਗਈਆਂ ਇਸ ਐਕਟ ਦੇ ਦੁਆਰਾ। ਦੀ ਪਾਵਰਸ ਕਿਹੜੀਆਂ ਹੁੰਦੀਆਂ? ਕਾਨੂੰਨ ਬਣਾਉਣ ਦੀਆਂ, ਲਾਅ ਬਣਾਉਣ ਦੀਆਂ ਪਾਵਰਸ, ਉਹ ਵੀ ਲੈ ਲਈਆਂ ਗਈਆਂ ਹੁਣ ਬੰਬੇ ਐਂਡ ਮਦਰਾਸ ਤੋਂ। ਔਰ ਇਹ ਪਾਵਰਸ ਕਿਹਨੂੰ ਦਿੱਤੀਆਂ ਗਈਆਂ? ਇਹ ਦਿੱਤੀਆਂ ਗਈਆਂ ਗਵਰਨਰ ਜਨਰਲ ਆਫ ਇੰਡੀਆ ਨੂੰ। ਪਹਿਲਾਂ ਕਿਹਦੇ ਕੋਲ ਸੀ? ਗਵਰਨਰ ਜਨਰਲ ਆਫ ਬੰਗਾਲ ਨੂੰ। ਇਸ ਐਕਟ ਦੇ ਵਿੱਚ ਜਿਹੜਾ ਇਹ ਗਵਰਨਰ ਜਨਰਲ ਆਫ ਬੰਗਾਲ ਆ, ਉਹਦਾ ਨੇਮ ਚੇਂਜ ਕਰਕੇ ਉਹਨੂੰ ਕਿਹਾ ਗਿਆ ਗਵਰਨਰ ਜਨਰਲ ਆਫ ਇੰਡੀਆ। ਉਹ ਸਿਰਫ ਹੁਣ ਗਵਰਨਰ ਜਨਰਲ ਆਫ ਬੰਗਾਲ ਨਹੀਂ ਰਿਹਾ, ਉਹ ਹੁਣ ਇੰਡੀਆ ਦਾ ਗਵਰਨਰ ਜਨਰਲ ਬਣ ਗਿਆ। ਇਹਦਾ ਮਤਲਬ ਜਿਹੜਾ ਉਹਦਾ ਏਰੀਆ ਆਫ ਕੰਟਰੋਲ ਆ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਪੂਰੇ ਦੇ ਪੂਰੇ ਇੰਡੀਆ 'ਤੇ ਹੁਣ ਕੰਟਰੋਲ ਕਰੂਗਾ। ਇਸ ਐਕਟ ਤੋਂ ਪਹਿਲਾਂ, ਚਾਰਟਰ ਐਕਟ 1833 ਤੋਂ ਪਹਿਲਾਂ, ਉਹ ਜਿੰਨੇ ਵੀ ਜਿਹੜੇ ਲਾਅ ਸੀ ਉਹ ਪਾਸ ਕਰਦਾ ਸੀ, ਉਹਨਾਂ ਨੂੰ ਉਸ ਟਾਈਮ 'ਤੇ ਰੈਗੂਲੇਸ਼ਨਸ ਬੋਲਿਆ ਜਾਂਦਾ ਸੀ। ਪਰ 1833 ਦੇ ਐਕਟ ਵਿੱਚ ਉਹਨਾਂ ਨੂੰ ਐਕਟ ਬੋਲਿਆ ਜਾਣ ਲੱਗਿਆ। ਕਿਉਂ ਬੋਲਿਆ ਜਾਣ ਲੱਗਿਆ? ਕਿਉਂਕਿ ਹੁਣ ਉਹ ਇੰਡੀਆ ਦਾ ਗਵਰਨਰ ਜਨਰਲ ਬਣ ਗਿਆ, ਨਾ ਕਿ ਇੱਕ ਲਿਮਟਡ ਏਰੀਆ ਦਾ ਰਿਹਾ। ਠੀਕ ਹੈ, ਉਸ ਤੋਂ ਬਾਅਦ ਸਤੀ ਨੂੰ ਅਬੋਲਿਸ਼ ਕੀਤਾ ਗਿਆ ਇਸ ਟਾਈਮ ਦੇ ਵਿੱਚ। ਔਰ ਲਾਅ ਕਮਿਸ਼ਨਰ ਜਿਹੜਾ ਉਹ ਪਹਿਲਾਂ ਅਪੁਆਇੰਟ ਕੀਤਾ ਗਿਆ 1834 ਦੇ ਵਿੱਚ। ਕਿਹਦੀ ਲਾਰਡਸ਼ਿਪ ਦੇ ਅੰਦਰ, ਕਿਹਦੀ ਚੇਅਰਮੈਨਸ਼ਿਪ ਦੇ ਅੰਦਰ? ਮਕੌਲੇ ਦੀ। ਠੀਕ ਹੈ, ਤਾਂ ਹੁਣ ਜਿਹੜੀ ਉਹ ਮਕੌਲੇ ਕਮੇਟੀ ਹੈ ਉਹਦੀ ਰਿਪੋਰਟ ਆਈ ਸੀ, ਉਹਦੀ ਰਿਪੋਰਟ ਦੇ ਬੇਸਿਸ 'ਤੇ 3 ਐਕਟ ਜਿਹੜੇ ਪਾਸ ਕੀਤੇ ਗਏ ਸੀ। ਉਹ ਸੀਗਾ ਸਿਵਲ ਪ੍ਰੋਸੀਜਰ ਕੋਡ, ਇੰਡੀਅਨ ਪੈਨਲ ਕੋਡ, ਕ੍ਰਿਮੀਨਲ ਪ੍ਰੋਸੀਜਰ ਕੋਡ। ਔਰ ਨਾਲ ਦੀ ਨਾਲ ਜਿਹੜੀ ਟ੍ਰੇਡ ਮੋਨੋਪਲੀ ਸੀ ਈਸਟ ਇੰਡੀਆ ਕੰਪਨੀ ਦੀ ਈਸਟ ਵਿੱਚ ਵਪਾਰ ਕਰਨ ਦੀ ਇੱਕ ਅਧਿਕਾਰ ਸੀ, ਉਹ ਵੀ ਬਿਲਕੁਲ ਹੀ ਖਤਮ ਕਰਤਾ ਸੀ। 1813 ਵਾਲੇ ਐਕਟ ਵਿੱਚ ਆਪਾਂ ਨੇ ਪੜ੍ਹਿਆ ਕਿ ਸਾਰੀ ਮੋਨੋਪਲੀ ਖਤਮ ਕਰਤੀ ਸੀ, ਬਸ ਉਹਨਾਂ ਕੋਲ ਚਾਹ ਅਤੇ ਚਾਈਨਾ ਦੇ ਨਾਲ ਟ੍ਰੇਡ ਕਰਨ ਦਾ ਅਧਿਕਾਰ ਰਹਿ ਗਿਆ ਸੀ।
ਉਹ ਕਿਹੜਾ ਏਕਾਧਿਕਾਰ ਰਹਿ ਗਿਆ ਸੀ। ਬਟ ਇਸ ਐਕਟ ਦੇ ਵਿੱਚ ਸਾਰੇ ਦਾ ਸਾਰਾ ਏਕਾਧਿਕਾਰ ਸੀਗਾ ਉਹ ਖਤਮ ਕਰਤਾ ਸੀ। ਮਤਲਬ ਹੁਣ ਚਾਹ ਦੇ ਵਿੱਚ ਕੋਈ ਵੀ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕੋਈ ਵੀ ਕੰਪਨੀ ਇੰਗਲੈਂਡ ਤੋਂ ਆ ਕੇ ਵਪਾਰ ਕਰ ਸਕਦੀ ਆ, ਚਾਈਨਾ ਦੇ ਨਾਲ ਇੰਗਲੈਂਡ ਤੋਂ ਕੋਈ ਵੀ ਕੰਪਨੀ ਆ ਕੇ ਵਪਾਰ ਕਰ ਸਕਦੀ ਹੈ। ਇਹ ਚੀਜ਼ ਕੀਤੀ ਗਈ 1833 ਦੀ ਐਕਟ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਐਕਟ ਆਉਂਦਾ ਹੈ ਉਹ ਆਉਂਦਾ ਚਾਰਟਰ ਐਕਟ 1853। ਇਹ ਲਾਸਟ ਐਕਟ ਹੈ ਚਾਰਟਰ ਐਕਟ ਦੇ ਵਿੱਚ। ਇਹਦੇ ਵਿੱਚ ਕੀ ਕੀਤਾ ਗਿਆ, ਦੇਖੋ ਹੁਣ ਤੱਕ ਆਪਾਂ ਨੇ ਕੀ ਦੇਖਿਆ ਕਿ ਜਿਹੜਾ ਗਵਰਨਰ ਜਨਰਲ ਸੀ ਇਹ ਹੈਗੇ ਜੀ ਲਾਰਡ ਡਲਹੌਜੀ, ਠੀਕ ਹੈ, ਉਸ ਟਾਈਮ ਦੇ ਉੱਤੇ ਗਵਰਨਰ ਜਨਰਲ। ਜਿਹੜਾ ਇਹ ਗਵਰਨਰ ਜਨਰਲ ਹੁੰਦਾ ਸੀ ਉਸ ਟਾਈਮ ਦੇ ਉੱਤੇ, ਮੈਂ ਤੁਹਾਨੂੰ ਦੱਸਿਆ ਕਿ ਇਹਦੀ ਹੈਲਪ ਦੇ ਲਈ 1773 ਦੇ ਵਿੱਚ ਇੱਕ ਕਾਊਂਸਿਲ ਬਣਦੀ ਆ, ਠੀਕ ਹੈ। ਉਹ ਕਾਊਂਸਿਲ ਦੇ ਵਿੱਚ 4 ਮੈਂਬਰ ਹੁੰਦੇ ਆ। ਤਾਂ ਇਹ ਜਿਹੜੀ ਕਾਊਂਸਿਲ ਆ ਇਹਨਾਂ ਨੂੰ ਐਗਜ਼ੈਕਟਿਵ ਪਾਵਰ ਦਿੱਤੀ ਜਾਂਦੀ ਆ ਬੰਬੇ ਅਤੇ ਮਦਰਾਸ ਦੀ ਵੀ, ਠੀਕ ਹੈ। ਹੌਲੀ ਹੌਲੀ ਆਪਾਂ ਦੇਖਿਆ ਕਿ 1833 ਦੇ ਐਕਟ ਵਿੱਚ ਬੰਬੇ ਐਂਡ ਮਦਰਾਸ ਦੀ ਜਿਹੜੀ ਲੈਜਿਸਲੇਟਿਵ ਪਾਵਰਸ ਆ ਉਹ ਵੀ ਦਿੱਤੀਆਂ ਗਈਆਂ ਕਿਹਨੂੰ, ਇਸ ਗਵਰਨਰ ਜਨਰਲ ਨੂੰ, ਇਹਦੀ ਇਸ ਕਾਊਂਸਿਲ ਨੂੰ। ਹੁਣ ਇੱਕ ਹੀ ਬੋਡੀ ਹੈ ਜਿਹੜੀ ਲਾਅ ਬਣਾ ਰਹੀ ਆ, ਲੈਜਿਸਲੇਟਿਵ ਪਾਵਰਸ ਆ, ਔਰ ਉਹੀ ਬੋਡੀ ਉਹਨਾਂ ਲਾਅਜ਼ ਨੂੰ ਲਾਗੂ ਕਰ ਰਹੀ ਆ, ਐਗਜ਼ੈਕਟਿਵ ਬੋਡੀ ਆ। ਤਾਂ ਬਰਡਨ ਜ਼ਿਆਦਾ ਹੋ ਗਿਆ। ਇਸ ਚਾਰਟਰ ਐਕਟ 1853 ਦੇ ਵਿੱਚ ਪਹਿਲੀ ਵਾਰ ਸੈਪਰੇਟ ਕੀਤਾ ਗਿਆ ਲੈਜਿਸਲੇਟਿਵ ਅਤੇ ਐਗਜ਼ੈਕਟਿਵ ਫੰਕਸ਼ਨਸ ਨੂੰ। ਇਹ ਮੰਨਿਆ ਗਿਆ ਜਿਹੜੇ ਲੈਜਿਸਲੇਟਿਵ ਫੰਕਸ਼ਨਸ ਆ, ਲਾਅ ਬਣਾਉਣ ਦੇ ਜਿਹੜੇ ਫੰਕਸ਼ਨਸ ਆ ਉਹਨਾਂ ਨੂੰ ਅਲੱਗ ਬੋਡੀ ਚਾਹੀਦੀ ਹੈ ਪਰਫਾਰਮ ਕਰਨ ਦੇ ਲਈ, ਉਹਨੂੰ ਲਾਗੂ ਕਰਨ ਦੇ ਲਈ ਅਲੱਗ ਬੋਡੀ ਚਾਹੀਦੀ ਆ। ਤਾਂ ਇਸ ਕਾਊਂਸਿਲ ਨੂੰ, ਜਿਹੜੀ ਇਹ ਆਪਣੇ ਕੋਲ ਗਵਰਨਰ ਜਨਰਲ ਦੀ ਕਾਊਂਸਿਲ ਹੈ, ਇਹਦੇ ਵਿੱਚ 6 ਨਵੇਂ ਮੈਂਬਰ ਐਡ ਕੀਤੇ ਗਏ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਲੈਜਿਸਲੇਟਿਵ ਕਾਊਂਸਿਲਸ। ਇਹ ਮਿਨੀ ਪਾਰਲੀਮੈਂਟ ਦੀ ਤਰ੍ਹਾਂ ਐਕਟ ਕਰਦੇ ਸੀ। ਪਾਰਲੀਮੈਂਟ ਉਸ ਟਾਈਮ 'ਤੇ ਬ੍ਰਿਟੇਨ ਦੇ ਵਿੱਚ ਕੰਮ ਕਰ ਰਹੀ ਸੀ, ਠੀਕ ਹੈ, ਜੋ ਆਪਣੇ ਕੋਲ ਲਾਜ਼ ਬਣਾਉਂਦੀ ਸੀ। ਤਾਂ ਇੰਡੀਆ ਦੇ ਵਿੱਚ ਜਿਹੜੇ ਲਾਜ਼ ਬਣਾਉਂਦੇ ਸੀ ਉਹ ਇਹ 6 ਨਵੇਂ ਮੈਂਬਰ ਐਡ ਕੀਤੇ ਗਏ ਇਸ ਕਾਊਂਸਿਲ ਦੇ ਵਿੱਚ, ਜੋ ਮਿਨੀ ਪਾਰਲੀਮੈਂਟ ਦੀ ਤਰ੍ਹਾਂ ਐਕਟ ਕਰਨਗੇ, ਜੋ ਲਾਜ਼ ਬਣਾਉਣਗੇ। ਮਤਲਬ ਕੀ ਹੈ ਕਿ ਜਿਹੜੀ ਉਹ ਕਾਊਂਸਿਲ ਹੈ ਨਾ, ਉਹ ਕਾਊਂਸਿਲ ਨੇ 2 ਹਿੱਸੇ ਕਰਤੇ ਗਵਰਨਰ ਜਨਰਲ ਦੀ ਕਾਊਂਸਿਲ ਦੇ। ਇੱਕ ਹੋਊਗਾ ਐਗਜ਼ੈਕਟਿਵ ਵਾਲਾ ਹਿੱਸਾ ਜੋ ਲਾਜ਼ ਨੂੰ ਲਾਗੂ ਕਰੂਗਾ, ਔਰ ਇੱਕ ਹੋਊਗਾ ਲੈਜਿਸਲੇਟਿਵ ਵਾਲਾ ਹਿੱਸਾ ਜੋ ਲਾਜ਼ ਨੂੰ ਬਣਾਊਗਾ। ਉਸ ਤੋਂ ਬਾਅਦ ਇਹ ਪਹਿਲੀ ਵਾਰ ਕਿਹਾ ਗਿਆ ਕਿ ਉਸ ਤੋਂ ਬਾਅਦ ਜਿਹੜੀ ਹੁਣ ਇਹ ਲੈਜਿਸਲੇਟਿਵ ਕਾਊਂਸਿਲ ਦੀ ਆਪਾਂ ਗੱਲ ਕਰੀਏ, ਜਿਹਦੇ ਵਿੱਚ 6 ਨਵੇਂ ਮੈਂਬਰ ਐਡ ਕਰੇ ਆ, ਇਹ 6 ਮੈਂਬਰਾਂ ਦੇ ਵਿੱਚ ਜਿਹੜੇ 4 ਹੋਣਗੇ ਉਹ ਲੋਕਲ ਲਏ ਜਾਣਗੇ, ਮਤਲਬ ਇੰਡੀਆ ਦੇ ਵਿੱਚੋਂ ਹੀ ਉਹ ਲਏ ਜਾਣਗੇ। ਇਹ ਲੈਜਿਸਲੇਟਿਵ ਕਾਊਂਸਿਲ ਦੇ ਵਿੱਚ ਜਿਹੜੇ 6 ਮੈਂਬਰਸ ਆ ਉਹਨਾਂ ਦੇ ਵਿੱਚੋਂ ਜਿਹੜੇ 4 ਆ ਉਹ ਇੰਡੀਆ 'ਚੋਂ ਹੀ ਲੋਕਲ ਲੈਵਲ ਤੋਂ ਹੀ ਅਪੁਆਇੰਟ ਕੀਤੇ ਜਾਣਗੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਇੱਥੇ ਇੰਡੀਅਨਸ ਅਪੁਆਇੰਟ ਕੀਤੇ ਆ। ਲੋਕਲ ਰਿਪਰੈਜ਼ੈਂਟੇਸ਼ਨ ਦਾ ਇੱਥੇ ਮਤਲਬ ਇਹ ਹੈ ਕਿ ਜਿਹੜੇ ਇੰਡੀਆ ਦੇ ਵਿੱਚ ਉਸ ਟਾਈਮ ਦੇ ਉੱਤੇ ਯੂਰਪੀਅਨਸ ਰਹਿ ਰਹੇ ਆ ਉਹਨਾਂ ਨੂੰ ਲੈਜਿਸਲੇਟਿਵ ਕਾਊਂਸਿਲ ਦੇ ਵਿੱਚ ਲੈ ਕੇ ਆਂਦਾ ਗਿਆ, ਠੀਕ ਹੈ। ਔਰ ਉਹ ਕਿਹੜੇ ਏਰੀਆਸ ਤੋਂ ਲਿਆਂਦੇ ਗਏ, ਮਦਰਾਸ, ਬੰਬੇ, ਬੰਗਾਲ, ਆਗਰਾ। ਇੱਕ ਪਰਸਨ ਲੈ ਕੇ ਆਂਦਾ ਗਿਆ ਮਦਰਾਸ ਤੋਂ, ਇੱਕ ਬੰਬੇ ਤੋਂ, ਇੱਕ ਬੰਗਾਲ ਤੇ ਇੱਕ ਆਗਰਾ ਤੋਂ। ਇੱਦਾਂ ਕਰਕੇ ਜਿਹੜੇ ਇਹ 4 ਸੀਗੇ ਉਹ ਇੱਥੇ ਇੰਡੀਆ 'ਚ ਜਿਹੜੇ ਯੂਰਪੀਅਨਸ ਰਹਿ ਰਹੇ ਸੀ ਉਹਨਾਂ ਨੂੰ ਇਹ ਲਿਆਂਦਾ ਗਿਆ ਇਹਦਾ ਲੈਜਿਸਲੇਟਿਵ ਕਾਊਂਸਿਲ ਜੋ ਨਵੀਂ ਬਣਾਈ ਸੀ, ਠੀਕ ਹੈ। ਔਰ ਨਾਲ ਦੀ ਨਾਲ ਜਿਹੜੀ ਇਹ ਕੰਪਨੀ ਦਾ ਰੂਲ ਸੀ ਉਹਨੂੰ ਐਕਸਟੈਂਡ ਕੀਤਾ ਗਿਆ, ਠੀਕ ਹੈ ਜੀ। ਜਿੰਨੀਆਂ ਵੀ ਕੰਪਨੀ ਨੇ ਇੱਥੇ ਆ ਕੇ ਟੈਰੀਟਰੀਜ਼ ਆ ਜਿਹੜੀਆਂ ਉਹ ਲਈਆਂ ਹੈ, ਠੀਕ ਹੈ, ਜਿਨ੍ਹਾਂ ਦੇ ਉਹਨਾਂ ਨੇ ਰੂਲ ਕਰ ਰਹੀ ਆ, ਉਹ ਸਾਰੀਆਂ ਬ੍ਰਿਟਿਸ਼ ਕਰਾਊਨ ਦੀਆਂ ਤਾਂ ਹੈਗੀਆਂ, ਪਰ ਕੰਪਨੀ ਉਹਨਾਂ 'ਤੇ ਰੂਲ ਕਰ ਸਕਦੀ ਹੈ, ਠੀਕ ਹੈ। ਪਰ ਟਾਈਮ ਸਪੈਸੀਫਾਈ ਨਹੀਂ ਕਰਿਆ। ਹੁਣ ਤੱਕ ਅਸੀਂ ਦੇਖਿਆ ਹੈ ਕਿ ਜਿਹੜਾ ਵੀ ਚਾਰਟਰ ਐਕਟ ਆਇਆ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਅਗਲੇ 20 ਸਾਲਾਂ ਲਈ ਕੰਪਨੀ ਇੱਥੇ ਰੂਲ ਕਰੂਗੀ, ਠੀਕ ਹੈ। ਪਰ ਜਿਹੜਾ ਇਹ ਚਾਰਟਰ ਐਕਟ 1853 ਦਾ ਆਇਆ ਸੀ ਉਹਦੇ ਵਿੱਚ 20 ਸਾਲ ਨਹੀਂ ਸੀ ਲਿਖੇ, ਉਹਦੇ ਵਿੱਚ ਕੋਈ ਟਾਈਮ ਮੈਂਸ਼ਨ ਨਹੀਂ ਸੀ ਕਰਿਆ। ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੀ ਕੰਪਨੀ ਆ ਉਹ ਰੂਲ ਕਰੂਗੀ ਜਦ ਤੱਕ ਬ੍ਰਿਟਿਸ਼ ਕਰਾਊਨ ਚਾਹੂਗੀ, ਠੀਕ ਹੈ, ਪਰ ਟਾਈਮ ਪੀਰੀਅਡ ਮੈਂਸ਼ਨ ਨਹੀਂ ਸੀ। ਹੁਣ ਇਹਦਾ ਮਤਲਬ ਕੀ ਹੈ ਕਿ ਸਿੱਧਾ ਇਹ ਮਤਲਬ ਸੀ ਕਿ ਜਿਹੜੀ ਕੰਪਨੀ ਦਾ ਰੂਲ ਆ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਟਾਈਮ 'ਤੇ ਜਿਹੜੀ ਬ੍ਰਿਟੇਨ ਦੀ ਪਾਰਲੀਮੈਂਟ ਆ ਉਹ ਖ਼ਤਮ ਕਰ ਸਕਦੀ ਆ। ਇਹ 1853 ਦੇ ਐਕਟ ਵਿੱਚ ਲਿਖਿਆ ਸੀ। ਉਸ ਤਾਂ ਹੁਣ ਤੱਕ ਆਪਾਂ ਨੇ ਦੇਖਿਆ ਕਿ ਜਿਹੜੀ ਕੰਪਨੀ ਜਦੋਂ ਬਣੀ ਹੈ ਔਰ ਕੰਪਨੀ ਆਈ ਤੀ ਵਪਾਰ ਕਰਨ ਦੇ ਲਈ, ਹੌਲੀ ਹੌਲੀ ਉਹ ਰਾਜ ਕਰਨ ਲੱਗੀ। ਜਦੋਂ ਕੰਪਨੀ ਦਾ ਰਾਜ ਚੱਲਿਆ 1773 ਤੋਂ ਲੈ ਕੇ 1853 ਦੇ ਵਿੱਚ ਬਹੁਤ ਸਾਰੇ ਜਿਹੜੇ ਐਕਟ ਆ ਉਹ ਪਾਸ ਕੀਤੇ ਗਏ। ਉਹਨਾਂ ਐਕਟ ਬਾਰੇ ਆਪਾਂ ਦੇਖਿਆ। ਹੁਣ ਇਹ ਐਕਟ ਆਪਾਂ ਕਿਉਂ ਪੜ੍ਹੇ, ਕਿਉਂਕਿ ਇਹਨਾਂ ਐਕਟ ਦੇ ਵਿੱਚੋਂ ਜਿਹੜੀਆਂ ਕੁਛ ਪ੍ਰੋਵੀਜ਼ਨ ਸੀਗੀਆਂ ਉਹ ਜਾਣਗੀਆਂ ਸਾਡੇ ਸੰਵਿਧਾਨ ਦੇ ਅੰਦਰ। ਜੋ ਸਾਡਾ ਸੰਵਿਧਾਨ ਅੱਜ ਦਾ ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਪ੍ਰੋਵੀਜ਼ਨਸ ਆਈਆਂ ਉਹ ਕਿਤੇ ਨਾ ਕਿਤੇ ਇਹ ਆਪਣੇ ਕੋਲ ਐਕਟ ਦੇ ਵਿੱਚੋਂ ਹੀ ਆਈਆਂ, ਠੀਕ ਹੈ। ਕਿਤੇ ਨਾ ਕਿਤੇ ਜਿਹੜੀ ਇਹ ਐਕਟ ਸੀ ਇਸ ਟਾਈਮ 'ਤੇ ਜਿਹੜੀ ਆਪਣੇ ਕੋਲ ਪੋਲਿਟੀ ਚੱਲਦੀ ਸੀ ਉਹਨਾਂ ਨੇ ਕੰਟਰੀਬਿਊਟ ਕੀਤਾ ਸਾਡੇ ਅੱਜ ਦੇ ਸੰਵਿਧਾਨ ਨੂੰ। ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰੂੰਗੇ ਕਿ ਕਿੱਦਾਂ ਜਿਹੜੀ ਇਹ ਈਸਟ ਇੰਡੀਆ ਕੰਪਨੀ ਬਣੀ ਸੀ 1600 ਦੇ ਵਿੱਚ ਔਰ ਉਹਨੇ ਆਪਣੇ ਕੋਲ ਰਾਜ ਕਰਿਆ ਭਾਰਤ ਦੇ ਉੱਤੇ 1858 ਤੱਕ। ਕਿੱਦਾਂ ਉਹਨੂੰ ਖ਼ਤਮ ਕਰਕੇ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਸੀ ਔਰ ਬ੍ਰਿਟਿਸ਼ ਕਰਾਊਨ ਸੀ ਉਹਨਾਂ ਨੇ ਸਿੱਧਾ ਕੰਟਰੋਲ ਕਰ ਲਿਆ ਸੀ ਇੰਡੀਆ ਦੇ ਉੱਤੇ। ਮਤਲਬ ਕੀ ਹੈ ਕਿ ਜਿਹੜੀ ਇੰਡੀਆ ਦਾ ਕੰਟਰੋਲ ਸੀ ਉਸ ਟਾਈਮ ਦੇ ਉੱਤੇ ਈਸਟ ਇੰਡੀਆ ਕੰਪਨੀ ਦੇ ਕੋਲ, ਈਸਟ ਇੰਡੀਆ ਕੰਪਨੀ ਨੂੰ ਖ਼ਤਮ ਕਰਕੇ ਇਹਨੇ ਸਿੱਧਾ ਕੰਟਰੋਲ ਇੰਡੀਆ ਦਾ ਆਪਣੇ ਹੱਥਾਂ ਵਿੱਚ ਲਿਆ। ਉਹ ਅਸੀਂ ਦੇਖਾਂਗੇ ਅਗਲੀ ਵੀਡੀਓ ਦੇ ਵਿੱਚ। ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਵੀ ਡਾਊਟ ਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਜਾਂ ਮੈਂ ਇਸ ਵੀਡੀਓ ਨੂੰ ਹੋਰ ਵਧੀਆ ਤਰੀਕੇ ਨਾਲ ਕਿੱਦਾਂ
ਬਣਾ ਸਕਦੀ ਹਾਂ, ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਹੈ, ਮੈਂ ਕਿਹੜਾ ਟੋਪਿਕ ਅੱਗੇ ਕਵਰ ਕਰਾਂ ਤਾਂ ਉਹ ਵੀ ਮੈਨੂੰ ਦੱਸਿਓ। ਠੀਕ ਹੈ, ਤਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਤਾਂ ਕਿ ਜਿੰਨੇ ਵੀ ਆਪਣੇ ਪੰਜਾਬ ਦੇ ਐਸਪੀਰੈਂਟਸ ਆ ਜੋ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ, ਉਹਨਾਂ ਨੂੰ ਇੰਡੀਅਨ ਪੋਲਿਟੀ ਹੈ ਜਿਹੜੀ ਉਹ ਬਹੁਤ ਈਜ਼ੀਲੀ ਸਮਝ 'ਚ ਆ ਜਾਵੇ। ਜੇ ਤੁਹਾਨੂੰ ਹੁਣ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।